3 अध्याय उसकी 7वां वचन हम पढ़ेंगे। प्रकाश दी पोथी 3 अध्याय ਉਹਦਾ 7ਵਾਂ वचन ਆਪਾਂ ਪੜਾਂਗੇ। फिलदिल्फिया की कलीसिया के दूत को यह लिख, जो पवित्र और सत्य है और जो दाऊद की कुंजी रखता है, जिसके खोले हुए को कोई बंद नहीं कर सकता और बंद किए हुए को कोई खोल नहीं सकता। वह यह कहता है कि मैं तेरे कामों को जानता हूँ। देख, मैंने तेरे सामने एक द्वार खोल रखा है जिसे कोई बंद नहीं कर सकता। तेरी सामर्थ थोड़ी सी तो है। बस प्रकाश वाक्य में फिलदिल्फिया की कलीसिया को परमेश्वर की वचन इस प्रकार से कहते हैं। ਅਤੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਫਿਲਦਿਲਫੀਆ ਦੀ ਕਲੀਸਿਆ ਸੰਗਤ ਨੂੰ ਪਰਮੇਸ਼ਰ ਦਾ ਵਚਨ ਦੇ ਵਿੱਚ ਪਰਮੇਸ਼ਰ ਦੇ ਦੂਤ ਨੂੰ ਇਸ ਤਰ੍ਹਾਂ ਕਿਹਾ ਜਾਂਦਾ ਹੈ। परमेश्वर खुद अपने आप को इंट्रोड्यूस कर रहे ਤੇ हैं। ਪਰਮੇਸ਼ਰ ਆਪਣੇ ਆਪ ਦੇ ਬਾਰੇ ਉੱਥੇ ਦੱਸ ਰਿਹਾ ਹੈ। पवित्र, ਪਵਿੱਤਰ, सत्य ਸੱਚ और जिस पर दाऊद की कुंजी है। ਤੇ ਜਿਹੜਾ ਦਾਊਦ ਦੀਆਂ ਕੁੰਜੀਆਂ ਨੂੰ ਰੱਖਦਾ ਹੈ। पवित्र, सत्य और दाऊद की कुंजी। ਤੇ ਉਹ ਬੜਾ ਪਵਿੱਤਰ ਤੇ ਪਾਕ ਖਾਲਸ ਹੈ ਅਤੇ ਦਾਊਦ ਦੀ ਕੁੰਜੀ ਰੱਖਦਾ ਤੇ ਉਹ ਹੀ ਸੱਚ ਹੈ। पवित्र और सत्य के विषय में हम जानते हैं ਪਾਕ ਤੇ ਸੱਚਾਈ ਦੇ ਵਿਸ਼ੇ ਆਪਾਂ ਜਾਣਦੇ ਹਾਂ। परमेश्वर के समान कोई पवित्र है नहीं। ਪਰਮੇਸ਼ਰ ਦੇ ਵਰਗਾ ਕੋਈ ਪਾਕ ਪਵਿੱਤਰ ਨਹੀਂ। परमेश्वर सत्य है, ਪਰਮੇਸ਼ਰ ਹੀ ਸੱਚ ਹੈ, मार्ग है, ਰਾਹ ਹੈ, जीवन है। ਜ਼ਿੰਦਗੀ ਹੈ। और दाऊद की कुंजी ਅਤੇ ਦਾਊਦ ਦੀ ਕੁੰਜੀ ਦੇ ਬਾਰੇ यीशु के पास है। ਉਹ ਯੀਸ਼ੂ ਦੇ ਕੋਲ ਹੈ। तो दाऊद की कुंजी क्या दिखाते ਤੇ हैं? ਦਾਊਦ ਦੀ ਕੁੰਜੀ ਕਿਸ ਗੱਲ ਨੂੰ ਦਰਸਾਉਂਦੀ ਹੈ? दाऊद की कुंजी किस बात को दिखा रहे हैं? ਤੇ ਦਾਊਦ ਦੀ ਕੁੰਜੀ ਕਿਸ ਗੱਲ ਨੂੰ ਦਿਖਾਉਂਦੀ ਹੈ? कुंजी अधिकार को दिखाते ਅਤੇ हैं। ਚਾਬੀ ਜਾਂ ਕੁੰਜੀ ਇੱਕ ਇਖਤਿਆਰ ਹੱਕ ਨੂੰ ਦਿਖਾਉਂਦੀ ਹੈ। दाऊद की कुंजी मीन्स दाऊद की जो है सिंहासन या इस्राएल की परमेश्वर के अधिकार को दिखा रहे ਅਤੇ हैं। ਦਾਊਦ ਦੀ ਕੁੰਜੀ ਉਹਦਾ ਭਾਵ ਇਹ ਹੈ ਕਿ ਦਾਊਦ ਦਾ ਜਿਹੜਾ ਤਖਤ ਹੈ ਜਾਂ ਦਾਊਦ ਦਾ ਜਿਹੜਾ ਬਾਦਸ਼ਾਹਤ ਹੈ ਉਹਦੇ ਬਾਰੇ ਦੱਸਿਆ ਜਾਂਦਾ ਹੈ। कुंजी से खोलता भी है, बंद भी करते हैं। ਚਾਬੀ ਦੇ ਨਾਲ ਖੋਲਿਆ ਵੀ ਜਾਂਦਾ ਤੇ ਬੰਦ ਵੀ ਕੀਤਾ ਜਾਂਦਾ यहाँ ਹੈ। आगे पढ़ लिखा, मैं तेरे सामने एक द्वार खोल रखा ਤੇ है। ਉਦੋਂ ਅੱਗੇ ਲਿਖਿਆ, ਮੈਂ ਤੇਰੇ ਸਾਹਮਣੇ ਇੱਕ ਦਰਵਾਜ਼ੇ ਨੂੰ ਖੋਲ ਰੱਖਿਆ ਹੈ वो कोई बंद नहीं कर ਤੇ सकता ਉਹਨੂੰ है। ਕੋਈ ਬੰਦ ਨਹੀਂ ਕਰ जो ਸਕਦਾ। बंद किया कोई खोल नहीं ਤੇ सकता ਜਿਹਨੂੰ है। ਮੈਂ ਬੰਦ ਕਰ ਦਿਆਂ ਉਹਨੂੰ ਕੋਈ ਖੋਲ ਵੀ ਨਹੀਂ इसके ਸਕਦਾ। विषय में मैं कुछ बताना चाहते ਉਹਦੇ हैं। ਬਾਰੇ ਮੈਂ ਕੁਝ ਗੱਲਾਂ ਦੱਸਣਾ ਚਾਹੁੰਦਾ ਹਾਂ। आपके सामने परमेश्वर द्वार खोल रखा ਤੁਹਾਡੇ है। ਸਾਹਮਣੇ ਪਰਮੇਸ਼ਰ ਨੇ ਬੂਹਾ ਖੋਲ जब ਛੱਡਿਆ ਹੈ। परमेश्वर ने द्वार आपके लिए खोले हैं, ਜਦੋਂ ਪ੍ਰਭੂ ਨੇ ਬੂਹਾ ਤੁਹਾਡੇ ਲਈ ਖੋਲਿਆ ਹੈ आपने ध्यान देना वो द्वार कभी बंद ना हो जाए। ਤੇ ਤੁਸੀਂ ਬੜਾ ਧਿਆਨ ਦੇਣਾ ਕਿ ਉਹ ਬੂਹਾ ਕਦੇ ਬੰਦ ਨਾ अब ਹੋਵੇ। यीशु के कार्य क्या ਤੇ है? ਹੁਣ ਯੀਸ਼ੂ ਦਾ ਕੰਮ ਕੀ ਹੈ? पवित्र लोगों का रास्ता आशीषें ब्लेसिंग दुष्ट बंद करना चाहते हैं। ਅਤੇ ਪਾਕ ਲੋਕਾਂ ਦੀ ਪਵਿੱਤਰ ਸੰਗਤ ਦੇ ਜਿਹੜੇ ਬਰਕਤਾਂ ਨੇ, ਆਸ਼ੀਸ਼ਾਂ ਨੇ, ਉਹਨਾਂ ਨੂੰ ਸ਼ੈਤਾਨ ਬੰਦ ਕਰਨਾ ਚਾਹੁੰਦਾ ਹੈ। तो शैतान की रास्ता को ब्लॉक करना बंद करना है। ਅਤੇ ਸ਼ੈਤਾਨ ਦੇ ਰਾਹਾਂ ਨੂੰ ਆਪਾਂ ਬਲੌਕ ਕਰ ਦੇਣਾ, ਬੰਦ ਕਰ ਦੇਣਾ और ਹੈ। परमेश्वर ने आपके लिए नई रास्ता खोलना ਤੇ है। ਪ੍ਰਭੂ ਨੇ ਤੁਹਾਡੇ ਵਾਸਤੇ ਇੱਕ ਨਵੇਂ ਰਾਹ ਨੂੰ ਖੋਲਣਾ ਹੈ। आप एक श्रेष्ठ बात को जानना जरूरी ਤੇ है। ਤੁਹਾਨੂੰ ਇੱਕ ਬਹੁਤ ਵਿਸ਼ੇਸ਼ ਗੱਲ ਨੂੰ ਜਾਣਨ ਦੀ ਲੋੜ ਹੈ। आप परमेश्वर की आंखों का पुतली ਤੇ है। ਤੁਸੀਂ ਪਰਮੇਸ਼ਰ ਦੀ ਅੱਖਾਂ ਦੀ ਪਲੂੰਬਣ ਹੋ। परमेश्वर का श्रेष्ठ जन है। ਤੇ ਪਰਮੇਸ਼ਰ ਦੇ ਬਹੁਤ ਵਿਸ਼ੇਸ਼ ਖਾਸ ਲੋਕ ਪ੍ਰਜਾ ਹੋ ਹੈ। ਅਤੇ ਪਰਮੇਸ਼ਰ ਦੀ ਆਪ ਦੀ ਪ੍ਰਜਾ ਹੋ। याजकों को समाज है। ਯਾਜਕਾਂ ਦਾ ਇੱਕ ਸਮਾਜ You ਹੋ are the special ਤੇ people, ਤੁਸੀਂ ਬਹੁਤ ਖਾਸ ਲੋਕ ਹੋ। royal priesthood, ਤੁਸੀਂ ਬੜੇ ਜੋ ਮਹਿਲਾਂ ਦੇ ਵਿੱਚ and ਰਹਿਣ you ਵਾਲੇ ਲੋਕ are ਹੋ the selected people. ਅਤੇ ਤੁਸੀਂ ਬਹੁਤ ਹੀ ਚੁਣਿੰਦੇ ਲੋਕ ਹੋ। परमेश्वर ने चुने हुए लोग हैं। ਪਰਮੇਸ਼ਰ ਦੇ ਚੁਣਿੰਦੇ ਲੋਕ ਹੋ परमेश्वर की नजर में श्रेष्ठ व्यक्ति ਤੇ है। ਪਰਮੇਸ਼ਰ ਦੀਆਂ ਨਿਗਾਹਾਂ ਦੇ ਵਿੱਚ ਬੜੇ श्रेष्ठ ਹੋ ਤੁਸੀਂ। परमेश्वर की स्वरूप में बनाए। ਪਰਮੇਸ਼ਰ ਨੇ ਆਪਣੇ ਵਰਗਾ ਬਣਾਇਆ ਹੈ। परमेश्वर की तेज, परमेश्वर की ज्योति आपके ऊपर ਤੇ है। ਪਰਮੇਸ਼ਰ ਦਾ ਤੇਜ, ਉਹਦਾ ਜਲਾਲ ਉਹ ਤੁਹਾਡੇ ਉੱਤੇ ਹੈ। परमेश्वर की महिमा आपकी जीवन ਪ੍ਰਭੂ में ਦੀ है। ਮਹਿਮਾ ਤੁਹਾਡੀ ਜ਼ਿੰਦਗੀ 'ਚ सो ਹੈ। परमेश्वर आपके लिए द्वार खोलेंगे। ਪ੍ਰਭੂ ਤੁਹਾਡੀ ਖਾਤਰ ਬੂਹਾ ਖੋਲੇਗਾ। लेकिन शैतान जो बंद करना चाहते हैं, ਪਰ ਸ਼ੈਤਾਨ ਜੋ ਉਸ ਨੂੰ ਬੰਦ ਕਰਨਾ ਚਾਹੁੰਦਾ ਹੈ वो शैतान को परमेश्वर बंद कर ਤੇ देगा। ਉਹ ਸ਼ੈਤਾਨ ਦੇ ਰਾਹਾਂ ਨੂੰ ਪਰਮੇਸ਼ਰ ਬੰਦ ਕਰੇਗਾ। शैतान की रास्ता को ब्लॉक कर देगा ਸ਼ੈਤਾਨ ਦੇ ਰਾਹਾਂ ਨੂੰ ਬੰਦ ਕਰ ਦੇਗਾ और परमेश्वर की रास्ता को खोल ਤੇ देंगे। ਪਰਮੇਸ਼ਰ ਆਪਣੇ ਰਾਹ ਨੂੰ ਖੋਲ ਦੇਵੇਗਾ। आपके लिए शैतान कितनी रास्ता ब्लॉक किया ਤੁਹਾਡੀ है? ਖਾਤਰ ਸ਼ੈਤਾਨ ਨੇ ਕਿੰਨੇ ਰਾਹ ਬੰਦ ਕੀਤੇ क्या ਹੈ? आपकी आर्थिक रास्ता शैतान ने बंद नहीं ਕੀ किया? ਤੁਹਾਡੇ ਪੈਸੇ ਪਤਕੇ ਦਾ ਰਸਤਾ ਬੰਦ ਨਹੀਂ ਕੀਤਾ? क्या पति पत्नी के रिलेशन में शैतान फूट नहीं डाले? ਕਿ ਦੋ ਜੀਆਂ ਦੇ ਰਿਸ਼ਤੇ ਦੇ ਵਿੱਚ ਸ਼ੈਤਾਨ ਨੇ ਫੁੱਟ ਨਹੀਂ ਪਾਈ? क्या माँ बाप और बच्चों के बीच में शैतान ने फूट नहीं ਕਿ डाले? ਪਰਿਵਾਰ ਦੇ ਮਾਪੇ ਬੱਚਿਆਂ ਦੇ ਵਿਚਕਾਰ ਫੁੱਟ ਨਹੀਂ ਪਾਈ? क्या दूसरे भाई और बहन के साथ क्या आपने फूट नहीं
नहीं है? ਤੇ ਦੂਸਰੇ ਭੈਣ ਭਰਾਵਾਂ ਦੇ ਨਾਲ ਕੀ ਸਾਡੇ ਦਿਲ ਦੇ ਵਿੱਚ ਕੋਈ ਫੁੱਟ ਤਾਂ ਨਹੀਂ क्या ਹੈ? आपकी दिल में शैतान ने कड़वापन डाले? ਕੀ ਸਾਡੇ ਦਿਲ 'ਚ ਸ਼ੈਤਾਨ ਨੇ ਕੜਵਾਹਟ ਪਾਈ ਹੈ? यदि आपके दिल में शैतान ने कोई कड़वापन रखे हैं, ਜੇ ਸ਼ੈਤਾਨ ਨੇ ਤੁਹਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੜਵਾਹਟ ਰੱਖੀ ਹੈ, किसी भाई, किसी बहन, किसी व्यक्ति के प्रति, ਕਿਸੇ ਭੈਣ ਕਿਸੇ ਭਰਾ ਜਾਂ ਕਿਸੇ ਹੋਰ ਵਿਅਕਤੀ ਦੇ ਪ੍ਰति यदि कड़वापन है ਜੇ तो ਕੜਵਾਹਟ ਹੈਗੀ ਆ ਤਾਂ आप जान लो ਤੁਸੀਂ ਜਾਣੋ शैतान आपके रास्ता ब्लॉक कर रहे ਸ਼ੈਤਾਨ हैं। ਤੁਹਾਡੇ ਰਾਹਾਂ ਨੂੰ ਬੰਦ ਕਰ ਰਿਹਾ ਹੈ। शैतान आपके रास्ता ब्लॉक कर रहे हैं। ਸ਼ੈਤਾਨ ਤੁਹਾਡੇ ਰਾਹ ਬੰਦ ਕਰ ਰਿਹਾ ਹੈ। मैं कई व्यक्तियों को विषय में, कलीसिया की कईयों को विषय में मैंने स्टडी किया है, ਤੇ ਇਸ ਸੰਗਤ ਦੇ ਕਈ ਲੋਕਾਂ ਦੇ ਬਾਰੇ ਮੈਂ ਬੜਾ ਹੀ ਸਟੱਡੀ ਕੀਤੀ ਹੈ। और मैंने किसी को नहीं बताया, ਮੈਂ ਦੱਸਿਆ ਕਿਸੇ ਨੂੰ ਨਹੀਂ ਹੈ। मैंने स्टडी किया है। ਮੈਂ ਉਹਨਾਂ ਬਾਰੇ ਅਧਿਐਨ ਕੀਤਾ। किसी किसी की प्रति दिल में वैर रखते ਤੇ हैं, ਕਿਸੇ ਕਿਸੇ ਦੇ ਪ੍ਰਤੀ ਦਿਲ 'ਚ ਬੜੇ ਵੈਰ ਰੱਖਦੇ ਆ। इस कारण शैतान आपकी आशीषें ब्लॉक कर रहे ਇਸ हैं। ਕਰਕੇ ਸ਼ੈਤਾਨ ਤੁਹਾਡੇ ਬਰਕਤਾਂ ਨੂੰ ਰੋਕ ਲੈਂਦਾ या ਹੈ। किसी की प्रति हमारे अंदर चाहे छोटी सी बात हो, उस पर शैतान पकड़ते ਤੇ हैं। ਸਾਡੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਥੋੜੀ ਜਿਹੀ ਵੀ ਖਾਰ ਆ ਤਾਂ ਸ਼ੈਤਾਨ ਉਸ ਨੂੰ ਫੜ ਲੈਂਦਾ ਹੈ। बाइबल कहते हैं ਬਾਣੀ 'ਚ ਲਿਖਿਆ ਹੈ अपने भाई से ਆਪਣੇ ਭਰਾ या ਨਾਲ बहन से ਜਾਂ ਭੈਣ ਨਾਲ या माँ बाप से ਜਾਂ ਮਾਪਿਆਂ ਨਾਲ या किसी के साथ ਜਾਂ भी हो, ਕਿਸੇ ਦੇ ਨਾਲ ਵੀ ਹੋਵੇ, हम वैर रखते हैं। ਜੇ ਅਸੀਂ ਖਾਰ ਉਹਨਾਂ ਪ੍ਰਤੀ ਰੱਖਦੇ ਹਾਂ, अंधकार में रहते हैं। ਹਨੇਰੇ 'ਚ ਵੱਸਦੇ ਹਾਂ। अंधकार में कौन रहते हैं? ਹਨੇਰੇ 'ਚ ਕੌਣ ਰਹਿੰਦਾ ਹੈ? खुदा की लोग अंधकार में रहते हैं। ਇਹ ਪ੍ਰਭੂ ਦੇ ਲੋਕ ਹਨੇਰੇ 'ਚ ਵੱਸਦੇ ਨੇ। अंधकार के मालिक कौन है? ਹਨੇਰੇ ਦਾ ਮਾਲਕ ਕੌਣ ਹੈ? अंधकार में रहने वाले कौन है? ਹਨੇਰੇ 'ਚ ਰਹਿਣ ਵਾਲਾ ਕੌਣ ਹੈ? बताइए ਬੋਲੋ। कौन? शैतान। शैतान है। सो जो यदि आप किसी से वैर रखते हो, किसी से जलसी रखते हो, किसी से क्रोध रखते हो, किसी के प्रति मन में खड़वावट हो, तो समझना कि आप अंधकार में ही रहते ਅਤੇ हैं। ਜੇ ਤੁਸੀਂ ਆਪਣੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਵੀ ਕੜਵਾਹਟ ਰੱਖਦੇ ਹੋ, ਕਿਸੇ ਦੇ ਪ੍ਰਤੀ ਜਲਨ ਰੱਖਦੇ ਹੋ, ਕਿਸੇ ਦੇ ਪ੍ਰਤੀ ਖਾਰ ਰੱਖਦੇ ਹੋ, ਜਾਂ ਇਹਦਾ ਮਤਲਬ ਸਮਝ ਲਓ, ਇਹਦਾ ਭਾਵ ਇਹੀ ਹੈ ਕਿ ਤੁਸੀਂ ਹਜੇ ਵੀ ਹਨੇਰੇ ਦੇ ਵਿੱਚ ਬੈਠੇ ਹੋ। यदि मैं जॉन के प्रति मेरा दिल में खड़वापन ਤੇ है, ਜੇ ਜੌਨ ਦੇ ਪ੍ਰਤੀ ਮੇਰੇ ਦਿਲ ਦੇ ਵਿੱਚ ਕੋਈ ਖਾਰ ਕੜਵਾਹਟ ਹੈ, जॉन को तो कुछ नहीं होता ਤੇ है, ਜੌਨ ਨੂੰ ਤਾਂ ਕੁਝ ਨਹੀਂ ਹੁੰਦਾ, जाएगा मुझे। ਤਾਂ ਉਹ ਮੇਰਾ ਖਤਮ ਹੋਏਗਾ। नंबर 1 में अंधकार में ਪਹਿਲੀ रहेंगे। ਗੱਲ ਮੈਂ ਹਨੇਰੇ 'ਚ ਵਸਾਂਗਾ, नंबर 2 शैतान हमारा रास्ता ब्लॉक ਤੇ करेंगे। ਦੂਜੀ ਗੱਲ ਸ਼ੈਤਾਨ ਮੇਰੇ ਰਾਹਾਂ ਨੂੰ ਬੰਦ ਕਰੇਗਾ, तीसरी बात है परमेश्वर की आशीष ब्लॉक हो ਤੇ जाती है। ਤੀਜੀ ਗੱਲ ਪਰਮੇਸ਼ਰ ਦੀਆਂ ਬਰਕਤਾਂ ਮੇਰੇ ਲਈ ਰੁਕ ਜਾਂਦੀਆਂ क्यों ਨੇ। हम आशीष नहीं पा ਕਿਉਂ रहे? ਅਸੀਂ ਬਰਕਤ ਨਹੀਂ ਪਾ ਰਹੇ? हम इसलिए आशीष नहीं पा रहे, हम प्रभु से दूर रहने के ਅਸੀਂ कारण। ਇਸ ਕਰਕੇ ਬਰਕਤ ਨਹੀਂ ਪਾ ਰਹੇ ਕਿਉਂਕਿ ਆਪਾਂ ਪ੍ਰਭੂ ਤੋਂ ਦੂਰ ਆ। हम जानते हैं आप पाप नहीं कर ਅਸੀਂ रहे। ਜਾਣਦੇ ਤੁਸੀਂ ਕੋਈ ਪਾਪ ਨਹੀਂ ਕਰ ਰਹੇ। जो 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 फिंगर में गिनते हैं कुछ पाप हैं, पेंटेकोस्टल लोग गिनते हैं। ਅਤੇ ਪੈਂਤੇਕੋਸਟਲ ਲੋਕ ਕੁਝ ਜਿਹੜੇ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਪਾਪ ਨੂੰ ਹੀ ਪਾਪ ਮੰਨਦੇ ਆ। बाकियों को पाप नहीं मानते ਉਹ हैं। ਬਾਕੀਆਂ ਨੂੰ ਕਹਿੰਦੇ ਨਹੀਂ ਇਹ ਪਾਪ ਨਹੀਂ ਹੈ। जो मर्जी बुराई करें, ਜੋ ਮਰਜ਼ੀ ਬੁਰਾ ਭਲਾ जो ਕਹੋ मर्जी अभिषेक के खिलाफ बोले, ਅਤੇ ਪਰਮੇਸ਼ਰ ਦੇ ਅਭਿਸ਼ਿਕਤ ਲੋਕਾਂ ਦੇ ਵਿਰੋਧ ਬੋਲੋ, या बोले नहीं तो दिल में रखें, ਨਹੀਂ ਤਾਂ ਦਿਲ ਦੇ ਵਿੱਚ ਰੱਖੋ, आपकी आशीष बंद हो जाते हैं ਤੁਹਾਡੀਆਂ ਬਰਕਤਾਂ ਬੰਦ ਹੋ ਜਾਂਦੀਆਂ ਨੇ। और अंधकार में रहते हैं। ਤੁਸੀਂ ਹਨੇਰੇ 'ਚ ਵੱਸਦੇ ਹੋ, परमेश्वर की आशीष ब्लॉक कर देते ਪਰਮੇਸ਼ਰ ਦੀਆਂ ਬਰਕਤਾਂ ਰੁਕ ਜਾਂਦੀਆਂ ਨੇ। हैं। शैतान कहेंगे ਸ਼ੈਤਾਨ ਆਖੂਗਾ ये योग्य नहीं है। ਇਹ ਤਾਂ ਲਾਇਕ ਹੀ ਨਹੀਂ ਹੈ। यहोशू महायाजक के विषय में हम पढ़ते हैं। ਯਹੋਸ਼ੂ ਮਹਾਯਾਜਕ ਦੇ ਬਾਰੇ ਆਪਾਂ ਪੜ੍ਹਦੇ ਹਾਂ। उसने और शैतान उसके पास गया। ਸ਼ੈਤਾਨ ਉਸ ਮਹਾਪੁਰੋਹਿਤ ਦੇ ਕੋਲ ਗਿਆ परमेश्वर के दूत से कहा इसकी वस्त्र मैला है। ਅਤੇ ਪਰਮੇਸ਼ਰ ਦੇ ਫਰਿਸ਼ਤੇ ਨੂੰ ਕਿਹਾ ਕਿ ਇਹਦੇ ਜਿਹੜੇ ਲਿਵਾਜ ਆ ਉਹ ਗੰਦੇ ਆ। और देखो शैतान हमारी जीवन की वस्त्र में भी पकड़ने वाले ਤੇ हैं। ਦੇਖੋ ਸ਼ੈਤਾਨ ਸਾਡੇ ਜ਼ਿੰਦਗੀ ਦੇ ਪਾਏ ਲਿਵਾਜ਼ਾਂ ਦੇ ਉੱਤੇ ਵੀ ਸਵਾਲ ਚੱਕਣ ਵਾਲਾ यदि ਹੈ। हमारे वस्त्र के पीछे शैतान पकड़ते ਜੇ हैं, ਸਾਡੇ ਲਿਵਾਜ਼ਾਂ ਦੇ ਪ੍ਰਤੀ ਉਹ ਬੋਲਦਾ ਹੈ, यदि हमारे वस्त्र के पीछे शैतान वहां विवाद करते ਅਤੇ हैं, ਜੇ ਸਾਡੇ ਲਿਵਾਜ਼ ਨੂੰ ਜਾਂ ਕੱਪੜਿਆਂ ਨੂੰ ਲੈ ਕੇ ਵਾਦ ਵਿਵਾਦ ਕਰਦਾ ਹੈ, तो क्या हमारा दिल के प्रति क्या शैतान छोड़ेगा? ਤਾਂ ਕੀ ਸਾਡੇ ਦਿਲ ਦੇ ਵਿਖੇ ਉਹ ਛੱਡ ਦੇਗਾ? क्या हमारा विचारों के प्रति शैतान ਸਾਡੇ छोड़ेगा? ਖਿਆਲਾਂ ਦੇ ਪ੍ਰਤੀ ਉਹ ਛੱਡੇਗਾ? क्या हमारा मन की बातों को प्रति शैतान ਦਿਲ छोड़ेगा? ਦੀਆਂ ਗੱਲਾਂ ਦੇ ਪ੍ਰਤੀ ਉਹ ਛੱਡੇਗਾ? नेवर, ਕਦੇ ਨਹੀਂ, कभी नहीं ਕਦੇ छोड़ेंगे। ਵੀ ਨਹੀਂ ਛੱਡੂਗਾ, वो हमें जोर से हमारे बांध ਅਤੇ देंगे। ਬੜੇ ਜ਼ੋਰ ਦੇ ਨਾਲ ਉਹ ਬੰਨੇਗਾ। इसलिए प्रभु की लोग एक बात को जानना ਇਸ ਲਈ है, ਪ੍ਰਭੂ ਦੇ ਲੋਕੋ ਇਹ ਗੱਲ ਜਾਣਨਾ ਹੈ, जिस प्रभु को मानते हैं ਜਿਹੜੇ ਪ੍ਰਭੂ ਨੂੰ ਤੁਸੀਂ ਮੰਨਦੇ वो ਹੋ पवित्र है, ਉਹ ਪਵਿੱਤਰ ਹੈ, वो सत्य है। ਉਹ ਸੱਚ ਹੈ, दाऊद की कुंजी ਦਾਊਦ उसके ਦੀ पास ਚਾਬੀ है, ਰੱਖਦਾ ਹੈ, वो खोल सकते ਉਹ हैं, ਖੋਲ ਸਕਦਾ ਹੈ, बंद भी करने ਬੰਦ वाले ਵੀ हैं। ਕਰਦਾ ਹੈ। परमेश्वर ਪਰਮੇਸ਼ਵਰ शैतान की मार्ग को, रास्ता को जो शैतान एंटर करते हैं वो
बंद करना चाहते ਅਤੇ हैं। ਸ਼ੈਤਾਨ ਦੇ ਰਾਹਾਂ ਨੂੰ ਜਿਹੜੇ ਸ਼ੈਤਾਨ ਆ ਉਹ ਲੈ ਕੇ ਆਂਦਾ ਕਿ ਉਹਨਾਂ ਰਾਹਾਂ ਨੂੰ ਸ਼ੈਤਾਨ ਦੇ ਰਾਹਾਂ ਨੂੰ ਪਰਮੇਸ਼ਰ ਬੰਦ ਕਰ ਸਕਦਾ अब ਹੈ। आप मुंह खोल के बोलना है, शैतान मेरे जीवन में जो रास्ता है, शैतान को आने के रास्ता है, कड़वापन है, क्रोध है, वैर है, लड़ाई है, दुश्मनी है, जलसी है, यीशु के नाम से बंद हो ਅਤੇ जाए। ਸ਼ੈਤਾਨ ਨੂੰ ਤੁਸੀਂ ਆਖਣਾ ਹੈ ਕਿ ਸ਼ੈਤਾਨ ਮੇਰੇ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਮੇਰੇ ਦਿਲ ਦੇ ਵਿੱਚ ਜੋ ਵੀ ਮੇਰੇ ਜ਼ਿੰਦਗੀ ਦੇ ਵਿੱਚ ਜੋ ਗੱਲਾਂ ਨੇ, ਭਾਵੇਂ ਲੜਾਈ ਝਗੜਾ ਹੈ, ਭਾਵੇਂ ਈਰਸ਼ਾ ਹੈ, ਭਾਵੇਂ ਖਾਰ ਹੈ, ਭਾਵੇਂ ਕੜਵਾਹਟ ਹੈ, ਭਾਵੇਂ ਜਲਨ ਹੈ, ਭਾਵੇਂ ਜੋ ਵੀ ਗੱਲਾਂ ਜਿਹੜੀਆਂ ਮੇਰੀਆਂ ਬਰਕਤਾਂ ਨੂੰ ਰੋਕਦੀਆਂ ਨੇ, ਯੀਸ਼ੂ ਦੇ ਨਾਮ 'ਚ ਬੰਦ ਹੋ ਜਾਏ। और परमेश्वर की आशीषों को बंद करने वाले शैतान, मैं तुझे यीशु के नाम से उस बंधनों को खोल देते हैं। ਅਤੇ ਮੇਰੀਆਂ ਬਰਕਤਾਂ ਨੂੰ ਰੋਕਣ ਵਾਲੇ ਸ਼ੈਤਾਨ ਤੈਨੂੰ ਯੀਸ਼ੂ ਦੇ ਨਾਮ 'ਚ ਇਸ ਵੇਲੇ ਝੜਕ ਦਿੰਨੇ ਆ। स्वर्ग का एक बूंद आशीष आपके जीवन में आते हैं, ਅਤੇ ਸਵਰਗ ਦੀ ਇੱਕ ਬੂੰਦ ਬਰਕਤ ਤੁਹਾਡੇ ਘਰ ਦੇ ਵਿੱਚ आप ਆਉਂਦੀ ਹੈ, संभाल नहीं पाते ਤੁਸੀਂ हैं, ਨਹੀਂ ਸਾਂਭ ਸਕਦੇ। लेकिन बूंद भी आपका जीवन में नहीं आने दे रहे। ਤੇ ਉਹ ਬੂੰਦ ਨੂੰ ਵੀ ਤੁਹਾਡੇ ਜ਼ਿੰਦਗੀ 'ਚ ਨਹੀਂ ਆਉਣ ਦੇ ਰਿਹਾ ਹੈ। सोच लो अपने जीवन को, ਸੋਚੋ ਤੁਹਾਡੀ ਜ਼ਿੰਦਗੀ ਬਾਰੇ, जांच लो अपनी जीवन ਆਪਣੀ को, ਜ਼ਿੰਦਗੀ ਨੂੰ ਪਰਖ ਲਓ अपने आप को एग्जामिन करो। ਅਤੇ ਆਪਦੇ ਆਪ ਨੂੰ ਤੁਸੀਂ ਪਰਖ ਕੇ You ਦੇਖੋ have to examine ਤੇ yourself। ਤੁਹਾਨੂੰ ਆਪਣੇ ਆਪ ਨੂੰ ਪਰਖਣ ਦੀ ਜ਼ਰੂਰਤ ਹੈ। क्यों ड्रॉप के आशीष नहीं मिल पा रहे? ਕਿਉਂ ਤੁਹਾਨੂੰ ਉਹ ਵਧੀਆ ਬਰਕਤ ਕਿਉਂ ਨਹੀਂ ਮਿਲ ਪਾ ਰਹੀ? परमेश्वर ड्रॉप नहीं देना चाहते। ਪਰਮੇਸ਼ਰ ਡ੍ਰੌਪ ਨਹੀਂ ਦੇਣਾ ਚਾਹੁੰਦਾ। इवन ड्रॉप आपके जीवन में आए, ਪਰਮੇਸ਼ਰ ਸਿਰਫ ਇੱਕ ਬਿੰਦੂ ਵੀ ਤੁਹਾਡੇ ਘਰ ਦੇ ਵਿੱਚ ਆਂਦਾ यदि ਤਾਂ बूंद आपके जीवन में ਇੱਕ आए, ਬੂੰਦ ਵੀ ਤੁਹਾਡੇ ਘਰ ਚ ਆਂਦੀ आप ਤਾਂ संभाल नहीं पाओगे। ਤੁਸੀਂ ਸਾਂਭ ਨਹੀਂ ਸਕਦੇ। इतनी ब्लेसिंग आपके जीवन में आएंगे। ਇੰਨੀਆਂ ਬਰਕਤਾਂ ਤੁਹਾਡੀ ਜ਼ਿੰਦਗੀ ਚ ਆਣਗੀਆਂ। बाइबल कहते हैं परमेश्वर केवल बूंद देने वाला नहीं, स्वर्ग का खिड़कियां खोलकर हमें आशीष देने वाला ਅਤੇ है। ਇਦਾਂ ਲਿਖਿਆ ਬਾਈਬਲ ਦੇ ਵਿੱਚ ਕਿ ਪਰਮੇਸ਼ਰ ਸਿਰਫ ਇੱਕ ਬੂੰਦ ਨਾਲ ਤੁਹਾਨੂੰ ਤ੍ਰਿਪਤ ਨਹੀਂ ਕਰੇਗਾ, ਸਵਰਗ ਦੀਆਂ ਖਿੜਕੀਆਂ ਖੋਲ ਕੇ ਉਹਦੀ ਵਰਖਾ ਕਰੇਗਾ। बरकत की विषय में हम पढ़ेंगे। ਬਰਕਤ ਦੇ ਵਿਖੇ ਆਪਾਂ ਪੜਾਂਗੇ। केवल धन दौलत में हमारा ध्यान जाते हैं। ਸਿਰਫ ਧਨ ਮਾਲ ਦੇ ਬੰਨੀ ਤੁਹਾਡਾ ਧਿਆਨ ਜਾਂਦਾ ਹੈ। धन दौलत आशीष है ਇਹ ਇੱਕ ਬਰਕਤ ਹੈ तो आशीष ਇਹ है, ਵੀ ਬਰਕਤ ਹੈ, लेकिन उसके साथ तंदुरुस्ती भी चाहिए। ਤਾਂ ਪਰ ਉਹਦੇ ਨਾਲ ਚੰਗੀ ਸਿਹਤ ਵੀ ਚਾਹੀਦੀ ਹੈ। आमीन। कईयों को जीवन धन दौलत है, लेकिन तंदुरुस्ती नहीं है। ਕਈਆਂ ਦੀ ਜ਼ਿੰਦਗੀ ਦੇ ਵਿੱਚ ਧਨ ਮਾਲ ਬਹੁਤ ਹੈ ਪਰ ਤੰਦਰੁਸਤੀ ਨਹੀਂ ਹੈ। माता पिता के साथ हमारा रिलेशन, ਮਾਂ-ਬਾਪ ਦੇ ਨਾਲ ਸਾਡਾ ਰਿਸ਼ਤਾ, भाई बहनों के साथ हमारा रिलेशन, ਭੈਣ ਭਰਾਵਾਂ ਨਾਲ ਸਾਡਾ ਰਿਸ਼ਤਾ, हमारे कलीसिया की भाई बहनों के साथ आपके रिलेशन, ਸੰਗਤ ਦੇ ਭੈਣ ਭਰਾਵਾਂ ਨਾਲ ਸਾਡਾ ਰਿਸ਼ਤਾ, आपकी आत्मिक माता पिता अगुवाओं के साथ आपका रिलेशन, ਅਤੇ ਸਾਡੇ ਆਤਮਿਕ ਮਾਂ-ਬਾਪ ਜਾਂ ਅਗਵਾਂ ਦੇ ਨਾਲ ਸਾਡਾ आप एक ਰਿਸ਼ਤਾ, दूसरे के साथ आपका प्रेम और प्यार और मोहब्बत। ਇੱਕ ਦੂਜੇ ਦੇ ਨਾਲ ਸਾਡਾ ਪ੍ਰੇਮ ਪਿਆਰ ਤੇ ਮੁਹੱਬਤ। आपका प्रेम का मतलब ये नहीं है ਤੁਹਾਡੇ ਪਿਆਰ ਦਾ ਭਾਵ ਇਹ ਨਹੀਂ ਹੈ आप मिलते वक्त गल्ला लगा देते ਤੁਸੀਂ हैं। ਮਿਲਦੇ ਹੋ ਤਾਂ ਬੜੇ ਜੱਫੀਆਂ ਪਾਉਂਦੇ ਹੋ, हम ये नहीं है प्यार ਇਹ है। ਕੋਈ ਪਿਆਰ ਨਹੀਂ ਹੈ। प्यार के मतलब एक दूसरे के प्रति हृदय में सिंसियरिटी चाहिए, कड़वापन नहीं चाहिए। ਅਤੇ ਇਹਦਾ ਭਾਵ ਇਹ ਹੈ ਕਿ ਪਿਆਰ ਦਾ ਭਾਵ ਇਹ ਹੈ ਕਿ ਤੁਹਾਡੇ ਦਿਲਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਬੜੀ ਹੀ ਸੱਚਾਈ ਅਤੇ ਬਹੁਤ ਹੀ ਜ਼ਿਆਦਾ ਪ੍ਰੇਮ ਚਾਹੀਦਾ ਹੈ, ਨਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਕੜਵਾਹਟ ਚਾਹੀਦੀ ਹੈ। ये नहीं दो व्यक्ति हम मिलते वक्त तीसरे व्यक्ति के प्रति हम बातें करना ਇਹ ਨਹੀਂ है, ਹੈ ਕਿ ਦੋ ਬੰਦੇ ਆਪਸ ਦੇ ਵਿੱਚ ਮਿਲ ਕੇ ਤੀਜੇ ਦੀ ਬੁਰਾਈ ਕਰਨ ਲੱਗ ਜਾਓ। और आप इस बात को छोड़ देना ਤੁਸੀਂ है। ਇਹਨਾਂ ਗੱਲਾਂ ਤੋਂ ਬਾਹਰ ਨਿਕਲਣਾ ਹੈ। यदि आपके जीवन में इस बात को स्वभाव है, हम दो व्यक्ति मिलते हैं, तीसरे व्यक्ति के प्रति किसी की प्रति बात करने की स्वभाव आपके जीवन में है, तो ये छोड़ देना। शैतान की प्रेजेंस में, उसकी उपस्थिति में, उसकी पावर में हम ये काम कर रहे हैं। ਅਤੇ ਜੋ ਜੇਕਰ ਤੁਹਾਡੀ ਜ਼ਿੰਦਗੀ 'ਚ ਇਹ ਗੱਲਾਂ ਹੈਗੀਆਂ ਜੋ ਚੱਲ ਰਹੀਆਂ ਨੇ ਤਾਂ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਬਾਹਰ ਨਿਕਲਣਾ। ਦੋ ਜਣ ਹੋ ਕੇ ਇਕੱਠੇ ਹੋ ਕੇ ਇੱਕ ਜਣੇ ਦੀ ਬੁਰਾਈ ਕਰਨਾ, ਇਹ ਗੱਲਾਂ ਨੂੰ ਜਦੋਂ ਤੁਸੀਂ ਕਰਦੇ ਹੋ ਤੁਸੀਂ ਸ਼ੈਤਾਨ ਦੀ ਭਰਪੂਰੀ ਦੇ ਵਿੱਚ, ਸ਼ੈਤਾਨ ਦੀ ਹਜ਼ੂਰੀ ਦੇ ਵਿੱਚ ਅਤੇ ਉਹਦੀ ਅਨੁਮਤੀ ਦੇ ਨਾਲ ਤੁਸੀਂ ਇਹ ਕੰਮਾਂ ਨੂੰ ਕਰਦੇ ਹੋ। यदि आपके जीवन में प्रार्थना का जीवन नहीं, परमेश्वर के साथ रिलेशन नहीं है, परमेश्वर के साथ संबंध नहीं है, आपका जीवन आप व्यर्थ में जीवन बिता रहे हो, समझना है आपकी जिंदगी बर्बाद हो रहे हैं। ਅਤੇ ਜੇਕਰ ਤੁਹਾਡੇ ਪ੍ਰਾਰਥਨਾ ਵਾਲੀ ਜ਼ਿੰਦਗੀ ਨੇ ਪ੍ਰਭੂ ਨਾਲ ਕੋਈ ਰਿਸ਼ਤਾ ਨਹੀਂ ਹੈ ਤਾਂ ਤੁਸੀਂ ਇਹ ਗੱਲ ਨੂੰ ਸਮਝ ਲਿਓ ਕਿ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ, ਆਪਣਾ ਬੇੜਾ ਬਰਬਾਦ ਕਰ ਰਹੇ ਹੋ। मैं एक प्रभु के दास के घर में रहे, ਤੇ ਮੈਂ ਇੱਕ ਪ੍ਰਭੂ ਦੇ ਦਾਸ ਦੇ ਘਰ 'ਚ ਰਿਹਾ, नाम नहीं बताएंगे, ਨਾਮ ਨਹੀਂ ਦੱਸਾਂਗਾ, जगह भी नहीं बताएंगे, ਥਾਂ ਵੀ ਨਹੀਂ ਦੱਸਾਂਗੇ। और सुबह से लेके पति पत्नी उनके बच्चे बाहर पढ़ रहे हैं। ਅਤੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਹੈ ਕਿ ਉਹ ਦੋਨੇ ਘਰ ਵਾਲਾ ਘਰ ਵਾਲੀ ਦੋਵੇਂ ਸਵੇਰ ਤੋਂ ਲੈ ਕੇ ਤੇ ਜਿਹੜੇ ਬੱਚੇ ਉਹ ਬਾਹਰ ਪੜ੍ਹਾਈ ਕਰਦੇ ਆ। वो सुबह से लेके रात को 11:30 बजे तक टीवी नहीं छोड़ा है। ਅਤੇ ਉਹਨਾਂ ਨੇ ਸਵੇਰ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਟੀਵੀ ਦਾ ਖੇੜਾ ਨਹੀਂ ਛੱਡਿਆ। सुबह खोला हुआ है नाश्ता के बाद, ਨਾਸ਼ਤਾ ਕਰਨ ਤੋਂ ਬਾਅਦ ਸਵੇਰੇ ਲਾ ਲਿਆ ਟੀਵੀ। मुझे भी नाश्ता दी, ਮੈਨੂੰ ਵੀ ਨਾਸ਼ਤਾ ਦਿੱਤਾ मैं बाइबल पढ़ने प्रार्थना करने गए, ਤੇ ਮੈਂ ਬਾਈਬਲ ਪੜ੍ਹਨਾ ਪ੍ਰਾਰਥਨਾ ਕਰਨ ਚਲਾ ਗਿਆ। वो मैं अभी भी बैठकर टीवी देखते हैं। ਤੇ ਉਹ ਦੋਵੇਂ ਜੀ ਬੈਠ ਕੇ ਟੀਵੀ ਦੇਖੀ ਜਾਂਦੇ ਆ। जब भी मैं कॉफी पीना, चाय पीना, पानी पीना, मैं जाते समय मैं देखता हूँ वो
बढ़िया फिल्म देख रहे हैं, ਅਤੇ ਜਦੋਂ ਮੈਂ ਚਾਹ ਪੀਣੀ ਆ ਕਾਫੀ ਪੀਣੀ ਆ ਪਾਣੀ ਪੀਣ ਵਾਸਤੇ ਜਦੋਂ ਵੀ ਮੈਂ ਬਾਹਰ ਨਿਕਲ ਕੇ ਜਾ ਕੇ ਦੇਖਦਾ ਸੀ ਤਾਂ ਵਧੀਆ ਮੂਵੀ ਦੇਖ ਰਹੇ ਹੁੰਦੇ लंच भी किया टीवी देखते हुए। ਅਤੇ ਦੁਪਹਿਰ ਦਾ ਖਾਣਾ ਵੀ ਟੀਵੀ ਵੇਂਦੇ ਵੇਂਦੇ टीवी ਖਾਦਾ कोई शैतान नहीं है, ਟੀਵੀ ਕੋਈ ਸ਼ੈਤਾਨ ਨਹੀਂ ਹੈ लेकिन उसके अंदर जो पिक्चर आते, फिल्म आते, आपको आत्मिक जीवन को खत्म करते ਪਰ हैं। ਉਹਦੇ ਵਿੱਚ ਜਿਹੜੀਆਂ ਚੱਲਣ ਵਾਲੀਆਂ ਫਿਲਮਾਂ ਨੇ ਉਹ ਤੁਹਾਡੀ ਰੂਹਾਨੀ ਜ਼ਿੰਦਗੀ ਖਤਮ ਕਰ ਦਿੰਦੀਆਂ ਨੇ अनपढ़ लोग कहते हैं टीवी शैतान है, ਅਤੇ ਅਨਪੜ੍ਹ ਲੋਕ ਕਹਿੰਦੇ ਕਿ ਹਾਂ ਇਹੀ ਸ਼ੈਤਾਨ ਹੈ टीवी कभी शैतान नहीं ਟੀਵੀ है, ਕਦੇ ਸ਼ੈਤਾਨ ਨਹੀਂ ਹੈ लेकिन उस पर जो फिल्म देखते हैं वो आपको आत्मिक जीवन को मार देते हैं, खत्म करते ਅਤੇ हैं। ਪਰ ਜਿਹੜੀ ਉਹਦੇ ਵਿੱਚ ਦੇਖੀ ਜਾਣ ਵਾਲੀਆਂ ਚੀਜ਼ਾਂ ਨੇ ਉਹ ਤੁਹਾਡੀ ਰੂਹਾਨੀ ਜ਼ਿੰਦਗੀ ਨੂੰ ਖਤਮ ਕਰਦੀਆਂ ਨੇ उनको कोई थकावट नहीं है। ਉਹ ਕੋਈ ਥੱਕਦੇ ਨਹੀਂ ਹੈ कितनी घंटे सुबह से लेके रात को 10:30 11 बजे तक फिल्म देखते रहे, केवल हम प्रार्थना करने के लिए बताएं कि 5 मिनट में प्रार्थना किया, समाप्त हो गए, जाके सो गया है। ਅਤੇ ਉਹਨੂੰ ਥੱਕੇ ਨਹੀਂ ਬਿਲਕੁਲ ਵੀ ਅਤੇ ਸਵੇਰ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਟੀਵੀ ਦੇਖਦੇ ਰਹੇ ਅਤੇ ਬਿਲਕੁਲ ਵੀ ਉਹ ਥੱਕੇ ਨਹੀਂ ਸੀਗੇ ਤੇ ਉਸ ਤੋਂ ਬਾਅਦ ਜਦੋਂ ਪ੍ਰਾਰਥਨਾ ਕਰਨ ਦੇ ਲਈ ਕਿਹਾ ਗਿਆ 5 ਮਿੰਟ ਪ੍ਰਾਰਥਨਾ ਕਰਨ ਤੋਂ ਬਾਅਦ ਜਾ ਕੇ ਸੋ ਗਏ उनकी सेवा के विषय में मैंने पढ़ा है, ਉਹਨਾਂ ਦੀ ਸੇਵਕਾਈ ਦੇ ਵਿਸ਼ੇ ਮੈਂ ਸੁਣਿਆ ਹੈ जीरो है, ਜ਼ੀਰੋ ਹੈ जीरो है। ਜ਼ੀਰੋ है किसी को सुसमाचार ना सुना पा रहे, ਕਿਸੇ ਨੂੰ ਵੀ ਸੁਸਮਾਚਾਰ ਨਹੀਂ ਸੁਣਾ ਪਾ ਰਹੇ किसी को वचन नहीं सुना पा ਕਿਸੇ रहे, ਨੂੰ ਪਰਮੇਸ਼ਰ ਦਾ ਵਚਨ ਨਹੀਂ ਸੁਣਾ ਪਾ क्योंकि ਰਹੇ वचन सुनाने के लिए गवाही नहीं ਕਿਉਂਕਿ जीवन में, ਵਚਨ ਸੁਣਾਉਣ ਦੇ ਲਈ ਕੋਈ ਗਵਾਹੀ ਨਹੀਂ ਜ਼ਿੰਦਗੀ लेकिन 'ਚ वचन बताने के लिए सामर्थ्य नहीं है, ਕਿਉਂਕਿ ਵਚਨ ਦੱਸਣ ਦੇ ਲਈ ਅੰਦਰ ਸਮਰੱਥਾ ਨਹੀਂ ਹੈ परमेश्वर की अभिषेक नहीं है, ਪ੍ਰਭੂ ਦਾ ਮੱਸਾ ਹੀ ਨਹੀਂ ਹੈ पवित्र आत्मा की सामर्थ्य नहीं ਪਾਕਰੂ है, ਦੀ ਸਮਰੱਥਾ ਨਹੀਂ ਹੈ अन्य भाषा नहीं ਅਤੇ है, ਗੈਰ ਜ਼ੁਬਾਨ ਨਹੀਂ ਹੈ परमेश्वर के साथ कनेक्शन ਪ੍ਰਭੂ नहीं ਦੇ है। ਨਾਲ ਰਿਸ਼ਤਾ ਹੀ ਨਹੀਂ ਹੈ इस कारण लोग इन बातों में ध्यान दे रहे हैं। ਇਹਨਾਂ ਗੱਲਾਂ ਦੇ ਕਰਕੇ ਹੀ ਲੋਕ ਇਹਨਾਂ ਗੱਲਾਂ 'ਚ ਧਿਆਨ ਦੇ ਰਹੇ मैंने ਨੇ एक व्यक्ति को बताया, वो बड़ा स्क्रीन में टीवी में देखते ਅਤੇ हैं, ਇੱਕ ਬੰਦੇ ਦੇ ਬਾਰੇ ਦੱਸਿਆ ਉਹ ਵੱਡੀ ਸਕਰੀਨ ਲਾ ਕੇ ਟੀਵੀ ਤੇ ਦੇਖਦਾ ਸੀ लेकिन हम छोटे स्क्रीन में देखते हैं, पर वो आप- किसी को दिखाई नहीं देते ਆਪਾਂ हैं। ਨਿੱਕੀ ਸਕਰੀਨ ਤੇ ਦੇਖਦੇ ਆ ਉਹ ਕਿਸੇ ਨੂੰ ਨਹੀਂ ਦਿਖਦਾ ये आपको मार देते हैं, ਇਹ ਤੁਹਾਨੂੰ ਖਤਮ ਕਰਦਾ ਹੈ आत्मिक जीवन को मार देते हैं। ਤੁਹਾਡੀ ਰੂਹਾਨੀ ਜ਼ਿੰਦਗੀ ਖਤਮ ਕਰਦਾ ਹੈ हो सकते खेल ਹੋ ਸਕਦਾ ਖੇਡ ਹੈ चाहे मोबाइल आप ज्यादा यूज करते हैं, आपका टाइम बर्बाद कर रहे हैं। ਭਾਵੇਂ ਤੁਸੀਂ ਮੋਬਾਈਲ ਬਾਲਾ ਯੂਜ਼ ਕਰਦੇ ਇਸਤੇਮਾਲ ਕਰਦੇ ਤਾਂ ਵੇਲਾ ਖਰਾਬ ਕਰਦੇ ਹੋ परमेश्वर के साथ आपका रिलेशन को, कनेक्शन को कट कर रहे ਤੇ हैं। ਪਰਮੇਸ਼ਰ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਤੁਸੀਂ ਖਤਮ ਕਰ ਰਹੇ ਹੋ इसके बाद में आर्थिक तंगी, परेशानी परेशानी परेशानी, आर्थिक तंगी, समस्या समस्या, उसके ढांड के शैतान को प्रार्थना कर रहे हैं। ਅਤੇ ਉਸ ਤੋਂ ਬਾਅਦ ਕਹਿੰਦੇ ਪੈਸਾ ਘੱਟ ਹੈ ਪੈਸਾ ਨਹੀਂ ਆ ਰਿਹਾ ਪੈਸਾ ਨਹੀਂ ਰੁਕਦਾਗਾ ਮੁਸ਼ਕਿਲਾਂ ਪਰੇਸ਼ਾਨੀਆਂ ਸ਼ੈਤਾਨ ਨੂੰ ਭਜਾ ਰਹੇ ਹਾਂਗੇ ਫਿਰ ਅਸੀਂ ਦੁਆਵਾਂ ਕਰ ਰਹੇ ਹਾਂਗੇ घर पे बीमारियां, ਘਰ ਦੇ ਵਿੱਚ ਰੋਗ पति पत्नी बनते नहीं, ਘਰ ਵਾਲਾ ਘਰ ਵਾਲੀ ਦੀ ਬਣਦੀ बच्चे ਨਹੀਂ मनमर्जी के जीवन में, ਨਿਆਣੇ ਮਨਮਰਜ਼ੀ ਦਿੰਦੇ ਆ अपने जीवन पगले सुधरे, उसके साथ साथ सब कुछ खुलेगा। ਤੇ ਆਪ ਦੀ ਜ਼ਿੰਦਗੀ ਨੂੰ ਪਹਿਲਾਂ ਸੁਧਾਰੀਏ ਫਿਰ ਉਸ ਤੋਂ ਬਾਅਦ ਸਭ ਖੁੱਲ ਜਾਏਗਾ यदि परमेश्वर के साथ आपका बढ़िया कनेक्शन होगा, ਤੇ ਪ੍ਰਭੂ ਦੇ ਨਾਲ ਤੁਹਾਡਾ ਰਿਸ਼ਤਾ ਵਧੀਆ ਹੋਊਗਾ परमेश्वर आप इस शैतान की रास्ता को ब्लॉक कर देगा। ਪਰਮੇਸ਼ਰ ਆਪ ਹੀ ਸ਼ੈਤਾਨ ਦੇ ਰਾਹ ਨੂੰ ਬੰਦ ਕਰੇਗਾ परमेश्वर आप इस शैतान जहां पे बढ़ रहे हैं वो रास्ता को खत्म कर देंगे, ब्लॉक कर देंगे। ਅਤੇ ਪਰਮੇਸ਼ਰ ਆਪ ਹੀ ਜਿੱਥੋਂ ਦੀ ਸ਼ੈਤਾਨ ਆ ਰਿਹਾ ਉਹ ਰਾਸਤੇ ਨੂੰ ਬੰਦ ਕਰ ਦੇਗਾ ਉਹਨੂੰ ਖਾਤਮਾ ਕਰ ਦੇਗਾ आप उसके लिए मेहनत करने की जरूरत नहीं ਤੁਹਾਨੂੰ है, ਉਹਦੇ ਲਈ ਕੋਈ ਮਿਹਨਤ ਕਰਨ ਦੀ ਲੋੜ ਨਹੀਂ आप ਹੈ शैतान को ढांढने की भी जरूरत नहीं। ਸ਼ੈਤਾਨ ਨੂੰ ਝੜਕਣ ਦੀ ਵੀ ਲੋੜ ਨਹੀਂ मैं ਹੈ आपको हकीकत की एक बात कहना चाहता हूँ, उसका नाम भी ना लो। ਅਤੇ ਮੈਂ ਸੱਚਾਈ ਦੀ ਗੱਲ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਦਾ ਨਾਮ ਵੀ ਆਪਦੇ आप ਮੂੰਹ ਤੇ ਨਾ प्रार्थना ਲਓ में रहो, ਦੁਆ ਦੇ ਵਿੱਚ ਰਹੋ बाइबल पढ़ते बाणी रहो, पढ़ते रहो, अन्य भाषा में गैर रहो, जुबान च रहो, पवित्र आत्मा में पाकरू च रहो, रहो, आत्मिक बातों में रूहानी गल्लां च रहो, रहो, विश्वास योग्य रहो, विश्वास योग्य रहो, पवित्र रहो, पाक रहो, शैतान का नाम भी शैतान का नाम भी ना लो। आपके लिए यीशु ढांढेंगे, ਤੁਹਾਡੇ ਲਈ ਯੀਸ਼ੂ ਆਪੇ ਝੜਕੇਗਾ आपके लिए यीशु शैतान की रास्ता ब्लॉक कर देगा। ਤੁਹਾਡੀ ਖਾਤਰ ਯੀਸ਼ੂ ਸ਼ੈਤਾਨ ਦੇ ਰਾਹਾਂ ਨੂੰ ਬੰਦ ਕਰੇਗਾ आपके जीवन में जो बरकत के खिलाफ शैतान की जो भी योजना सब यीशु ब्लॉक कर देगा, ਅਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਬਰਕਤਾਂ ਦੇ ਵਿਰੋਧ ਦੇ ਵਿੱਚ ਸ਼ੈਤਾਨ ਦੇ ਜਿੰਨੇ ਵੀ ਰਾਹ ਸਾਰੇ ਯੀਸ਼ੂ ਬੰਦ ਕਰੇਗਾ और आशीष की रास्ता प्रभु आपको फ्लो ਤੇ करेगा। ਬਰਕਤ ਦੇ ਰਸਤੇ ਨੂੰ ਪਰਮੇਸ਼ਰ ਤੁਹਾਨੂੰ ਬਹੁਤਾਇਤ ਦੇ ਨਾਲ ਦੇਵੇਗਾ फ्लो नहीं, ओवरफ्लो हो ਅਤੇ जाएंगे। ਉਹ ਫਲੋ ਨਹੀਂ ਪਰ ਓਵਰਫਲੋ ਹੋਏਗਾ 23 भजन संहिता में दाऊद कहते हैं, ਜ਼ਬੂਰ 23 ਚ ਇਸ ਤਰ੍ਹਾਂ ਦਾਊਦ ਕਹਿੰਦਾ ਹੈ यहोवा मेरा चरवाहा ਯਹੋਵਾ है, ਮੇਰਾ याली मुझे ਹੈ कुछ खट्टी नहीं ਮੈਨੂੰ होगी। ਕੋਈ ਘਾਟ ਨਾ यदि ਹੋਏਗੀ यहोवा आपकी ਜੇ चरवाहा ਪਰਮੇਸ਼ਰ है, ਯਹੋਵਾ ਤੁਹਾਡਾ यदि याली ਹੈ यीशु आपके जीवन में ਜੇ जगह ਯੀਸ਼ੂ है, ਤੁਹਾਡੀ ਜ਼ਿੰਦਗੀ 'ਚ ਚੰਗਾ ਹੈ यदि ਤਾਂ यीशु के लिए आपके जीवन में जगह ਜੇ है, ਯੀਸ਼ੂ ਦੇ ਲਈ ਤੁਹਾਡੀ ਜ਼ਿੰਦਗੀ 'ਚ ਥਾਂ आपको ਹੈ कोई खट्टी नहीं
ਤੁਹਾਨੂੰ होगा। ਕੋਈ ਘਾਟ ਨਹੀਂ ਹੋਊਗੀ। दाऊद कहते हैं दाऊद आखदा है तेरे कटोरा उमंड रहेगा, मेरा आग भांडा डोलदा रहेगा, केवल भरे रहेगा ये नहीं, भरिया रहूगा नहीं, भरने के बाद बाहर फ्लो होगा, ते भरन तो बाद बाहर डुलेगा, ओवरफ्लो होगा। बहुत ज्यादा डुलेगा। उमंड रहने की मतलब ओवरफ्लो होगा, डुलता रहना मतलब बाहर निकल निकल के उछलेगा, बाहर ही निकलेगा। बाहर ही डुलेगा। कटोरा भर के आपको जरूरत है। अदे ਤੁਹਾਨੂੰ कटोरा भर के लोड़ है। जो कटोरा भर के बाहर जाते हैं, ਜਦੋਂ ਭਾਂਡਾ ਭਰਨ ਤੋਂ ਬਾਅਦ ਬਾਹਰ ਨਿਕਲਦਾ वो ਏ एक बर्तन में हम पकड़ना ਤਾਂ है, ਫਿਰ ਆਪਾਂ ਉਹ ਭਾਂਡੇ ਨੂੰ वो ਸਾਂਭਣਾ हमारे है। पड़ोसी के लिए ਉਹ है, ਸਾਡੇ ਗਵਾਂਡੀਆਂ ਵਾਸਤੇ ਹੈ, हमारे दूसरे के लिए ਉਹ है, ਦੂਜਿਆਂ ਵਾਸਤੇ ਹੈ, रिश्तेदारों के लिए है। ਰਿਸ਼ਤੇਦਾਰਾਂ ਲਈ यदि ਹੈ। आपकी कटोरा उमंड रहना चाहते ਜੇ हो, ਤੁਹਾਡਾ ਭਾਂਡਾ ਡੁਲਦਾ ਰਹੇ ਤਾਂ परमेश्वर के साथ तब बढ़िया कनेक्शन में ਪ੍ਰਭੂ ਦੇ रहो, ਨਾਲ ਵੱਡੇ ਰਿਸ਼ਤੇ 'ਚ ਰਹੋ, परमेश्वर के साथ रिलेशन में रहो, ਪ੍ਰਭੂ ਦੇ ਨਾਲ ਇੱਕ ਰਿਸ਼ਤੇ 'ਚ ਬਣੇ ਰਹੋ, प्रार्थना में रहो, ਦੁਆ ਦੇ ਵਿੱਚ ਰਹੋ, बाइबल के साथ जीवन बिताओ, ਬਾਣੀ ਦੇ ਨਾਲ ਜ਼ਿੰਦਗੀ परमेश्वर ਗੁਜ਼ਾਰੋ, के साथ जीवन बिताओ। ਪ੍ਰਭੂ ਦੇ ਨਾਲ ਜੀਵਨ ਬਿਤਾਓ। यदि हमें परमेश्वर के साथ रिलेशन और कनेक्शन नहीं है, ਜੇ ਸਾਡਾ ਪ੍ਰਭੂ ਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ, यदि संसार की बातों पर हम ध्यान देते, ਜੇ ਦੁਨੀਆਦਾਰੀ ਦੀ ਗੱਲਾਂ ਤੇ ਧਿਆਨ ਦਿੰਦੇ ਹੋ, यदि हम इस तरह रहेगा तो परमेश्वर की आशीषें हमें खत्म हो जाते ਤੇ ਜੇ हैं। ਇਦਾਂ ਰਹਾਂਗੇ ਤਾਂ ਪਰਮੇਸ਼ਰ ਦੀਆਂ ਬਰਕਤਾਂ ਮੁੱਕ ਜਾਂਦੀਆਂ ਨੇ। इसलिए याद रखना, शैतान की रास्ता को, शैतान आने की रास्ता को परमेश्वर ब्लॉक कर देगा। ਇਸ ਕਰਕੇ ਯਾਦ ਰੱਖਣਾ ਕਿ ਸ਼ੈਤਾਨ ਦੇ ਰਾਹਾਂ ਨੂੰ ਤੇ ਆਉਣ ਵਾਲੇ ਰਾਹਾਂ ਨੂੰ ਪਰਮੇਸ਼ਰ ਬੰਦ ਕਰੇਗਾ। आमीन। तो और 45 एशिया नबी की किताब 45 अध्याय उसकी पहले आयत में लिखा है, ਅਤੇ ਯਸ਼ਾਇਆ ਨਬੀ ਦੀ ਪੋਥੀ ਉਹਦਾ 45 ਅਧਿਆਏ ਉਹਦੇ ਪਹਿਲੇ ਵਚਨ ਦੇ ਵਿੱਚ ਇਦਾਂ ਲਿਖਿਆ ਹੋਇਆ ਹੈ, आमीन, परमेश्वर की हाथ और प्रभु के दास के ऊपर आ रहे ਤੇ हैं, ਪਰਮੇਸ਼ਰ ਦਾ ਹੱਥ ਪ੍ਰਭੂ ਦੇ ਦਾਸ ਦੇ ਉੱਤੇ ਆਉਂਦਾ ਹੈ, खुसरू के ऊपर आ रहे हैं। ਕੁਸਤਰੂ ਦੇ ਉੱਤੇ ਆ ਰਿਹਾ ਹੈ। क्यों आ रहे हैं? ਕਿਉਂ ਇਦਾਂ ਆਂਦਾ ਹੈ? क्यों प्रभु के दाहिने हाथ फड़ा है? ਕਿਉਂ ਪਰਮੇਸ਼ਰ ਨੇ ਸੱਜਾ ਹੱਥ ਫੜਿਆ ਹੈ? द्वार खुला रहने के ਤੇ लिए, ਉਹਦਾ ਬੂਹਾ ਖੋਲਣ ਦੇ ਲਈ, जो खुला हुआ द्वार बंद ना हो ਤੇ जाए। ਜਿਹੜਾ ਬੂਹਾ ਖੋਲਿਆ ਗਿਆ ਉਹ ਕਦੇ ਬੰਦ ਨਾ ਹੋਵੇ। आपके लिए हो सकते हैं कोई तंगी नहीं है, धनी है, अच्छे हैं, अच्छे खाते पीते, अच्छे रहते हैं, हमें कोई कमी नहीं है, ना धन दौलत की कमी है, ना किसी बात की प्रॉब्लम है। हो सकते हैं हम मन में कहते होंगे, ਹੋ ਸਕਦਾ ਹੈ ਕਿ ਤੁਸੀਂ ਬਹੁਤ ਵਧੀਆ ਜ਼ਿੰਦਗੀ ਜੀਨੇ ਹੋਗੇ, ਤੁਹਾਡੇ ਕੋਲੇ ਪੈਸੇ ਟਕੇ ਦੀ ਕੋਈ ਵੀ ਘਾਟ ਨਹੀਂ ਆ, ਤੁਹਾਡੇ ਕੋਲੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਵਧੀਆ ਸਹੂਲਤਾਂ 'ਚ ਜ਼ਿੰਦਗੀ ਗੁਜ਼ਾਰਦੇ ਹੋ, ਤੁਸੀਂ ਆਪਣੇ ਮਨਾਂ 'ਚ ਇਹ ਗੱਲ ਕਹਿੰਦੇ ਹੋਵੋਗੇ। लेकिन शैतान को हमारे जीवन में बढ़ने के लिए मौका देगा तो जरूर हमें नुकसान कर देगा। ਪਰ ਸ਼ੈਤਾਨ ਨੂੰ ਜੇ ਆਪਣੀ ਜ਼ਿੰਦਗੀ 'ਚ ਵਧਣ ਦਾ ਮੌਕਾ ਦੇਵਾਂਗੇ ਤਾਂ ਜ਼ਰੂਰ ਉਹ ਸਾਨੂੰ ਕਿਤੇ ਨਾ ਕਿਤੇ ਨੁਕਸਾਨ पति ਕਰੇਗਾ। पत्नी के बीच में फूट डालेंगे, ਦੋ ਜੀਆਂ ਦੇ ਵਿਚਕਾਰ ਲੜਾਈ ਪਾਏਗਾ, माँ बाप और बच्चों को बीच में फूट डालेंगे, ਮਾਪੇ ਅਤੇ ਬੱਚਿਆਂ ਦੇ ਵਿਚਕਾਰ ਉਹ भाई ਲੜਾਈ लोगों को ਪਾਏਗਾ, बीच में फूट डालेंगे, ਭਰਾਵਾਂ ਦੇ ਵਿਚਕਾਰ ਫੁੱਟ ਪਾਏਗਾ, रिश्तेदारों में फूट डालेंगे। ਰਿਸ਼ਤੇਦਾਰਾਂ ਦੇ ਵਿੱਚ ਫੁੱਟ ਪਾਏਗਾ। हम किसी से जय मसीह की बोल के खुश नहीं ਤੇ है, ਕਿਸੇ ਨੂੰ ਜੈ ਮਸੀਹ ਦੀ ਵੀ ਕਹਿ ਕੇ ਖੁਸ਼ ਨਹੀਂ ਆ, बोल के भी अब वो बोलने के तरीका से भी पता लग जाते हैं, हाँ बहुत खुशी से बोल ਤੇ रहे हैं। ਉਹਨਾਂ ਦੇ ਬੋਲਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ ਕਿੰਨੇ ਕੁ ਖੁਸ਼ੀ ਨਾਲ ਕਹਿ ਰਹੇ लोगों को ਨੇ, जय मसीह की बोलने की तरीका हमें पता लग ਤੇ जाते हैं, ਲੋਕਾਂ ਦੀ ਜੈ ਮਸੀਹ ਬੁਲਾਉਣ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਹੈ ਕਿਸ ਤਰੀਕੇ ਨਾਲ ਬੁਲਾ हाँ, ਰਹੇ जय मसीह कितनी खुशी से बोल रहे ਜੈ हैं, ਮਸੀਹ ਕਿੰਨੀ ਵਧੀਆ या ਖੁਸ਼ੀ उनके ਨਾਲ ਬੋਲ चेहरे ਰਹੇ में कितनी खुश ਜਾਂ ਉਹਨਾਂ है। ਦੇ ਮੂੰਹ ਕਿੰਨੇ ਚਾ ਖੁਸ਼ੀ ਦੇ बाइबल ਵਿੱਚ कहते ਨੇ। हैं, ਬਾਣੀ 'ਚ ਲਿਖਿਆ ਹੈ हृदय दिल जो है ਦਿਲ ਜਿਹੜਾ ਏ की बातें हमें चेहरे में पता लग ਤੇ जाते हैं, ਦਿਲ ਦੀਆਂ ਗੱਲਾਂ ਸਾਡੇ ਮੂੰਹ ਦੇ ਉੱਤੇ ਚਮਕਦੀਆਂ ਨੇ, ਪਤਾ लेकिन ਲੱਗਦਾ ਏ, चेहरा जो है ਪਰ ਮੂੰਹ ਜਿਹੜਾ ਏ दिल की दर्पण है, ਇਹ ਇੱਕ ਦਿਲ ਦਾ ਇੱਕ ਸ਼ੀਸ਼ਾ ਏ, दिल की शीशा ਉਹ है, ਦਿਲ ਦਾ ਸ਼ੀਸ਼ਾ ਏ, दिल की दर्पण है। ਦਿਲ ਦਾ ਸ਼ੀਸ਼ਾ ਏ। कौन? ਕੌਣ? आपका चेहरा। ਤੁਹਾਡਾ ਮੂੰਹ। आपका चेहरा बताते हैं ਤੁਹਾਡਾ ਮੂੰਹ ਦੱਸ ਦਿੰਦਾ ਏ किस तरह व्यक्ति हैं। ਕਿਵੇਂ ਦੇ ਹੋ ਤੁਸੀਂ। पुलिस पता है चोरों को कैसे पकड़ते हैं? ਪੁਲਿਸ ਪਤਾ ਚੋਰਾਂ ਨੂੰ ਕਿਵੇਂ ਫੜਦੀ ਹੈ। उसका चोरी के स्वभाव, चोरी की बातें जो चोरी किया वो चेहरे में बताते हैं। ਅਤੇ ਜਿਹੜੀਆਂ ਉਹਦੀ ਚੋਰੀ ਦੀਆਂ ਗੱਲਾਂ ਜਾਂ ਚੋਰੀ ਕੀਤੀ ਵਾਲਾ ਡਰ ਉਹਦਾ ਉਹਦੇ ਮੂੰਹ ਦੇ ਉੱਤੇ ਦਿਖਾਈ ਦਿੰਦਾ ਏ। अब समझ लो पुलिस हमारे बीच में आए, ਮੰਨ ਲਓ ਕਿ ਪੁਲਿਸ ਸਾਡੇ ਵਿਚਕਾਰ ਆਈ, पुलिस आगे आ रहे हैं, ਪੁਲਿਸ ਅੱਗੇ ਆ ਰਹੀ ਹੈ, जो चोरी करके बैठा है ਜਿਹੜਾ ਚੋਰੀ ਕਰਕੇ ਬੈਠਾ ਏ वो साइड में निकल कर जल्दी भाग जाएंगे। ਉਹ ਪਾਸੇ ਦੀ ਨਿਕਲ ਕੇ ਭੱਜਣ ਇਹ ਦੀ ਇੱਕ ਕੋਸ਼ਿਸ਼ ਪਹਿਚਾਣ ਕਰੇਗਾ। ਹੈ। ਉਹ ਇੱਕ ਪਹਿਚਾਣ ਹੈ या चेहरे में दिखाई देंगे। ਜਾਂ ਉਹਦੇ ਮੂੰਹ ਤੇ ਡਰ ਦਿਖੇਗਾ। कितने
कितने लोग दूसरे को हत्या करने के बाद उसके संस्कार में और शामिल हो जाते हैं, हर बातों में, और केस करने में, पुलिस में जाने में, वकील को मिलने में, पैसा लगाने में, हर बातों में आगे हैं, बाद में उसको पकड़ाए जाते हैं। ਅਤੇ ਕਈ ਲੋਕ ਜਿਹੜੇ ਆਪ ਹੀ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਸੰਸਕਾਰ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ, ਉਹਨਾਂ ਦੇ ਰਿਪੋਰਟਾਂ ਲਿਖਾਉਣ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ, ਉਹਨਾਂ ਦੀ ਹਰ ਗੱਲਾਂ ਦੇ ਵਿੱਚ ਮਦਦ ਕਰਦੇ ਆ, ਵੱਧ ਚੜ ਕੇ ਹਿੱਸਾ ਲੈਂਦੇ ਤੇ ਬਾਅਦ ਚ ਪਤਾ ਲੱਗਦਾ ਉਹੀ ਕਾਤਿਲ ਹੈ। लेकिन दिल में उसको गिल्टी फील होने के कारण चेहरे उस गलती को बताते हैं। ਅਤੇ ਪਰ ਦਿਲ ਦੇ ਅੰਦਰ ਉਹਨਾਂ ਨੂੰ ਬੜੀ ਉਸ ਗੱਲ ਦਾ ਜੋ ਦੁੱਖ ਮਹਿਸੂਸ ਹੋਣ ਦੇ ਕਰਕੇ ਉਹਨਾਂ ਦੇ ਮੂੰਹ ਦੇ ਉੱਤੇ ਉਹ ਗੱਲ ਪ੍ਰਕਾਸ਼ ਹੁੰਦੀ ਹੈ, क्योंकि दिल की बातें वो चेहरे बताते ਕਿਉਂਕਿ हैं। ਦਿਲ ਦੀਆਂ ਗੱਲਾਂ ਮੂੰਹ ਦੱਸ ਦਿੰਦਾ ਏ। यदि पति पत्नी लड़ाई किया है तो चेहरा बताते हैं। ਤੇ ਜੇ ਘਰ ਵਾਲਾ ਘਰ ਵਾਲੀ ਦੇ ਵਿੱਚ ਲੜਾਈ ਹੋਈ ਹੈ ਤਾਂ ਮੂੰਹ ਦੇਖ ਕੇ ਪਤਾ ਲੱਗਦਾ ਏ। किसी कोई है यहाँ पर बैठे हैं पति पत्नी आपस में लड़ाई करते ਤੇ हैं? ਕੋਈ ਹੈ ਇਹੋ ਜਿਹੇ ਜਿਹੜੇ ਇੱਥੇ ਬੈਠੇ ਹੋਣ ਘਰ ਵਾਲਾ ਘਰ ਵਾਲੀ ਦੋ ਜੀ ਆਪਸ ਦੇ ਵਿੱਚ ਲੜਦੇ ਹੋਣ? है तो है, लेकिन हाथ नहीं उठाए। ਹੈਗੇ ਤਾਂ ਜ਼ਰੂਰ ਹੈ, ਹੱਥ ਨਹੀਂ ਚੱਕਿਆ। शैतान को रास्ता दे रहे हैं। ਸ਼ੈਤਾਨ ਨੂੰ ਰਾਹ ਦੇ ਰਹੇ ਹੋ यदि आप लड़ाई करने वाले हैं, ਜੇ ਤੁਸੀਂ ਲੜਨ ਵਾਲੇ ਹੋ। कुछ लोगों को आदत ही होता है कुछ ना कुछ बोलना है, ਤੇ ਕਈਆਂ ਦੀ ਤਾਂ ਆਦਤ ਹੁੰਦੀ ਹੈ ਬਸ ਬੋਲ ਹੀ ਦੇਣਾ ਕੁਛ ਨਾ कुछ बोल ही देना ਕੁਛ है। ਨਾ ਕੁਛ ਤਾਂ ਬੋਲਣਾ ਹੀ ਹੈ। याद रखना, दूसरों को दिल को तोड़ रही है, ਤੇ ਯਾਦ ਰੱਖੇ ਦੂਜਿਆਂ ਦੇ ਦਿਲ ਤੋੜ ਰਹੇ ਹੋ, शैतान इस्तेमाल कर रही है। ਸ਼ੈਤਾਨ ਉਸ ਦੇ ਵਿੱਚ ਵਰਤ ਰਿਹਾ ਹੈ। आपकी जीवन साथी के लिए आपकी प्रार्थना काफी है कि आपकी जीवन साथी पवित्र हो जाएंगे। ਅਤੇ ਤੁਹਾਡੀ ਜ਼ਿੰਦਗੀ ਦੇ ਸਾਥੀ ਵਾਸਤੇ ਤੁਹਾਡੀ ਕੀਤੀ ਗਈ ਦੁਆ ਬਹੁਤ ਹੈ ਕਿ ਉਹਨਾਂ ਦੀ ਜ਼ਿੰਦਗੀ ਬਦਲ ਜਾਵੇ। आप जादू से, सोटी से अपना जीवन साथी को ठीक नहीं कर ਤੇ सकते। ਤੁਸੀਂ ਡੰਡਿਆਂ ਨਾਲ ਜਾਂ ਫਿਰ ਤੁਸੀਂ ਸੋਟੀਆਂ ਨਾਲ ਜਾਂ ਝਾੜੂ ਦੇ ਨਾਲ ਉਹਨੂੰ ਠੀਕ ਨਹੀਂ ਕਰ ਸਕਦੇ। मैं जानता हूँ कई बहन को पति शराब पी के आते हैं, जादू लेके खड़े होते हैं दरवाजा पे। ਅਤੇ ਇਹੋ ਜਿਹੇ ਵੀ ਲੋਕਾਂ ਨੂੰ ਜਾਣਦੇ ਆ ਕਿ ਜਦੋਂ ਘਰ ਵਾਲਾ ਦਾਰੂ ਪੀ ਕੇ ਆਉਂਦਾ ਤਾਂ ਮੂਹਰੇ ਸਵਾਗਤ ਹੁੰਦਾ ਫਿਰ ਝਾੜੂਆਂ ਦੇ ਨਾਲ। सोटी नहीं मिलेगा तो जादू तो ले लेते ਅਤੇ हैं। ਜੇ ਡੰਡਾ ਨਹੀਂ ਮਿਲਦਾ ਤਾਂ ਝਾੜੂ ਤਾਂ ਚੱਕ ਲੈਂਦੀਆਂ। लेकिन आपकी प्रार्थनाएं, आपकी पवित्र जीवन, आपका विश्वास योग्यताएं आपकी पति को पवित्र ठहराएगा, वो दारू पीने की आदत को छोड़ देगा। ਅਤੇ ਤੁਹਾਡੇ ਦੁਆਰਾ ਕੀਤੀ ਗਈ ਦੁਆ, ਤੁਹਾਡੇ ਦੁਆਰਾ ਪਰਮੇਸ਼ਰ ਦੇ ਨਾਲ ਰਿਸ਼ਤਾ, ਤੁਹਾਡੇ ਚਾਲ ਚੱਲਣ ਨੂੰ ਦੇਖ ਕੇ ਅਤੇ ਤੁਹਾਡੀ ਜ਼ਿੰਦਗੀ ਨੂੰ ਦੇਖ ਕੇ ਤੁਹਾਡੀ ਕੀਤੀ ਦੁਆਵਾਂ ਦੇ ਦੁਆਰਾ ਪਰਮੇਸ਼ਰ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਬਦਲ ਦੇਗਾ। यदि आपकी शराब पिया वो पति को अब पत्नी लड़ने से पत्नी और पति में कोई फर्क नहीं, एक बराबर है। ਅਤੇ ਜੇਕਰ ਇੱਕ ਪਤੀ ਤਾਂ ਦਾਰੂ ਪੀ ਕੇ ਆਇਆ ਹੈ ਪਰ ਘਰ ਵਾਲੀ ਮੂਹਰੋਂ ਲੜਾਈ ਕਰ ਰਹੀ ਹੈ ਤਾਂ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ, ਦੋਵੇਂ ਇੱਕੋ ਜਿਹੀ ਹੈ। यदि कम से कम आप प्रार्थना करने वाले हो, शैतान को घर पे जगह नहीं होगा। ਅਤੇ ਘੱਟੋ ਘੱਟ ਤੁਸੀਂ ਦੁਆ ਕਰਨ ਵਾਲੇ ਤਾਂ ਸ਼ੈਤਾਨ ਦੀ ਘਰ ਦੇ ਵਿੱਚ ਜਗ੍ਹਾ ਨਹੀਂ ਬਣੂਗੀ। आप उससे प्रेम करें, ਹਾਂ ਜ਼ਰੂਰ ਉਹਨਾਂ ਨੂੰ ਪਿਆਰ उससे ਕਰੋ, प्यार करें, ਉਹਨਾਂ ਨੂੰ ਪਿਆਰ ਕਰੋ, प्यार से बैठा ਪਿਆਰ है, ਨਾਲ ਬਿਠਾਓ, प्यार से बात करें, ਪਿਆਰ ਨਾਲ ਗੱਲਬਾਤ ਕਰੋ, वो छोड़ देगा। ਉਹ ਛੱਡ ਦੂਗਾ आपको देखकर, ਤੁਹਾਨੂੰ ਦੇਖ ਕੇ, आपकी अच्छे स्वभाव को ਤੁਹਾਡੇ देखकर, ਚੰਗੇ ਸੁਭਾਅ ਨੂੰ ਦੇਖ अच्छी ਕੇ, बोलियां, ਤੁਹਾਡੇ ਬੋਲ ਬਾਣੀ अच्छी ਦੇਖ, विचार है, ਚੰਗੇ ਵਿਚਾਰ, अच्छी डीलिंग, ਚੰਗੇ ਲੈਣ ਦੇਣ, प्रार्थनाएं, ਹਰ ਗੱਲਾਂ ਦੇ ਵਿੱਚ आपकी डीलिंग से ਤੁਹਾਡੀ ਡੀਲਿੰਗ ਦੁਆਰਾ, बाइबल कहते हैं ਤੁਹਾਡੇ ਵਿਵਹਾਰ ਦੇ ਦੁਆਰਾ ਬਾਣੀ ਚ आपकी ਲਿਖਿਆ पति ਹੈ ਤੁਹਾਡਾ ਘਰ ਵਾਲਾ पवित्र होगा, ਪਵਿੱਤਰ ਹੋ ਜਾਏਗਾ, हो जाएगा। ਹੋ ਜਾਊਗਾ। बाइबल यदि हो जाएगा कहते हैं नो नहीं है, हो जाएगा। ਅਤੇ ਜੇ ਬਾਣੀ ਚ ਕਿ ਲਿਖਿਆ ਕਿ ਹੋ ਜਾਊਗਾ ਤਾਂ ਇਹਦਾ ਭਾਵ ਇਹ ਨਹੀਂ ਕਿ सो ਨਹੀਂ बहन ਹੋਊਗਾ, लोग इन ਹੋਊਗਾ बातों को ध्यान देना ਸੋ है। ਭੈਣਾਂ ਨੇ ਇਹ ਗੱਲਾਂ ਵੱਲ ਧਿਆਨ ਦੇਣਾ ਹੈ। कभी लड़ाई को क्रिएट करने वाली बातें हमारे घर पे नहीं, कभी ना हो ਤੇ ਕਦੇ जाए। ਲੜਾਈ ਨੂੰ ਸ਼ੁਰੂ ਹੋਣ ਵਾਲੀਆਂ ਗੱਲਾਂ ਸਾਡੀ ਘਰ ਦੇ ਵਿੱਚ ਨਾ ਕਰੋ। कई घर में आपस में एक बनता नहीं है, ਕਈ ਘਰਾਂ ਦੇ ਵਿੱਚ ਆਪਸੀ ਦੋ ਜੀਆਂ 'ਚ ਹੀ ਬਣਦੀ ਨਹੀਂ ਹੈ। माँ के साथ बाप नहीं बनते हैं, ਮਾਂ ਦੇ ਨਾਲ ਪਿਤਾ ਦੀ ਨਹੀਂ बाप ਬਣਦੀ, के साथ माँ नहीं बनते, ਬਾਪ ਦੀ ਮਾਂ ਨਾਲ ਨਹੀਂ पति ਬਣਦੀ, के साथ पत्नी नहीं ਘਰ बनते, ਵਾਲੀ ਦੀ ਘਰ ਵਾਲੀ ਨਾਲ ਨਹੀਂ पत्नी ਬਣਦੀ, के साथ पति नहीं ਘਰ ਵਾਲੀ बनते, ਦੀ ਘਰ ਵਾਲੇ ਨਾਲ ਨਹੀਂ ਬਣਦੀ, बच्चों को साथ माँ नहीं ਮਾਂ ਦੇ बनते, ਨਾਲ ਬੱਚਿਆਂ ਦੀ ਨਹੀਂ माँ ਬਣਦੀ, के साथ और बहू नहीं बनते, ਅਤੇ ਨੌ ਸੱਸ ਦੀ ਨਹੀਂ ਬਣਦੀ, आपस में नहीं बनते ਅਤੇ हैं। ਆਪਸ 'ਚ ਬਣਦੀ ਨਹੀਂ। ये शैतान राज कर रहे हैं, ਤੇ ਸ਼ੈਤਾਨ ਰਾਜ ਕਰਦਾ घर ਪਿਆ, पे शैतान है, ਘਰ 'ਚ ਸ਼ੈਤਾਨ उससे ਹੈ, बढ़कर मन में बैठ ਉਹ ਤੋਂ गया, ਵੱਡਾ ਮਨ 'ਚ ਬੈਠਿਆ ਹੈ, सारे रास्ता ब्लॉक हो ਸਾਰੇ गए, ਰਾਹ ਬੰਦ ਹੈ, आशीष की रास्ता ब्लॉक हो ਬਰਕਤਾਂ गई, ਦਾ ਰਾਹ ਬੰਦ ਹੈ, सब परमेश्वर काम नहीं कर पा ਤੇ रहे हैं, ਪਰਮੇਸ਼ਰ ਕੰਮ ਹੀ ਨਹੀਂ ਕਰ क्योंकि ਪਾ ਰਿਹਾ, शैतान के लिए जगह दे ਕਿਉਂਕਿ दी, ਸ਼ੈਤਾਨ ਨੂੰ ਥਾਂ ਦਿੱਤੀ ਹੈ, शैतान को जगह दे दी, इसलिए प्रभु काम नहीं कर पा रहे हैं। ਸ਼ੈਤਾਨ ਨੂੰ ਥਾਂ ਦਿੱਤੀ, ਇਸ ਕਰਕੇ ਪ੍ਰਭੂ ਨੇ ਕੰਮ ਕਰ ਪਾ ਰਿਹਾ। कल मानसा में मीटिंग थे, ਕੱਲ ਮਾਨਸਾ 'ਚ ਮੀਟਿੰਗ ਸੀ, 3 बीमार चंगी हो गए। 3 ਰੋਗੀ ਸ਼ਿਫਾ ਪਾਈ।
मैंने बोला फलाना फलाना बीमार खड़े हो जाओ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਇੱਦਾਂ ਇੱਦਾਂ ਬਿਮਾਰੀ ਵਾਲੇ ਖੜੇ ਹੋ ਜਾਣ और परछाई में ठीक हो ਤੇ गए। ਪਰਛਾਵੇਂ 'ਚ ਚੰਗੇ ਹੋਏ। और कोई बीमारी के लिए बताएं तो एक व्यक्ति आगे आए, ਤੇ ਹੋਰ ਕਿਸੇ ਬਿਮਾਰੀ ਵਾਸਤੇ ਪੁੱਛਿਆ ਤਾਂ ਇੱਕ ਬੰਦਾ ਮੂਹਰੇ ਆਇਆ, पूरा शराब पी के आए हैं। ਪੂਰਾ ਟੱਲੀ ਹੋ ਕੇ ਆਇਆ मुझे हकवाई नहीं हुआ उसके लिए प्रार्थना ਤੇ करने, ਮੈਨੂੰ ਅਗਵਾਈ नहीं हुई ਉਹਦੇ ਲਈ ਦੁਆ ਕਰਨ क्योंकि ਦੀ शैतान को उसके दिल में जगह दे दिया है। ਕਿ शैतान ਨੂੰ ਆਪਣੇ ਦਿਲ 'ਚ ਥਾਂ तो ਦੇਤੀ कैसे प्रभु इनके जीवन में काम ਕਿਵੇਂ करेंगे? ਪ੍ਰਭੂ ਦੀ ਜ਼ਿੰਦਗੀ 'ਚ प्रभु ਕੰਮ काम ਕਰਨਾ। करने के लिए विश्वास चाहिए, ਪ੍ਰਭੂ ਕੰਮ ਕਰਨ ਵਾਸਤੇ ਭਰੋਸਾ ਚਾਹੀਦਾ ਹੈ, विश्वास चाहिए, ਵਿਸ਼ਵਾਸ ਜ਼ਰੂਰੀ ਹੈ। प्रभु के लिए एक अच्छा हृदय ਪ੍ਰਭੂ चाहिए, ਦੇ ਲਈ ਵਧੀਆ ਦਿਲ ਵੀ ਚਾਹੀਦਾ अच्छा ਹੈ, एक इंसान चाहिए। ਚੰਗਾ ਇੱਕ ਵਧੀਆ ਮਨੁੱਖ ਵੀ सबसे पहले ਚਾਹੀਦਾ। अच्छे एक इंसान बनना ਸਭ ਤੋਂ है, ਪਹਿਲੇ ਚੰਗੇ ਮਨੁੱਖ अच्छे ਬਣੋ, एक इंसान, ਇੱਕ ਵਧੀਆ अच्छी ਬੰਦਾ, बातें करने ਵਧੀਆ वाले, ਗੱਲਾਂ ਕਰਨ ਵਾਲੇ, अच्छे सोचने वाले, ਵਧੀਆ ਸੋਚ ਵਿਚਾਰ ਰੱਖਣ अच्छी ਵਾਲੇ, तरह जीवन ਚੰਗੀ बिताने ਤਰ੍ਹਾਂ वाले, ਜ਼ਿੰਦਗੀ ਗੁਜ਼ਾਰਨ एक ਵਾਲੇ, इंसान बने ਇੱਕ ਵਧੀਆ ਬੰਦੇ और प्रभु ਬਣੋ पर विश्वास करने ਤੇ वाले हो। ਪ੍ਰਭੂ ਤੇ ਭਰੋਸਾ ਰੱਖਣ ਵਾਲੇ ਹੋ। परमेश्वर आपके जीवन में बड़े चमत्कार ਪ੍ਰਭੂ ਤੁਹਾਡੀ करेंगे, ਜ਼ਿੰਦਗੀ 'ਚ ਵੱਡੇ ਕੰਮ ਕਰੂਗਾ। परमेश्वर आपके लिए द्वार खोलेंगे। ਪ੍ਰਭੂ ਤੁਹਾਡੇ ਖਾਤਰ ਰਾਹ परमेश्वर ਖੋਲੇਗਾ। द्वार खोल रखा है। ਪਰਮੇਸ਼ਰ ਨੇ ਰਾਹ ਖੋਲ ਦਿੱਤਾ ਹੈ। बाइबल कहते हैं ਬਾਣੀ 'ਚ ਲਿਖਿਆ वो ਹੈ द्वार ਉਹ ਰਸਤਾ कोई बंद नहीं कर सकता है। ਬੰਦ ਨਹੀਂ ਕਰ ਸਕਦਾ ਕੋਈ। परमेश्वर ने बंद किया रास्ता कोई खोल भी नहीं ਜਿਹਨੇ सकता ਪ੍ਰਭੂ है। ਨੇ ਬੰਦ ਕਰਤਾ ਉਹਨੂੰ ਕੋਈ ਖੋਲ ਨਹੀਂ ਸਕਦਾ। चाहे देश के राजा आ ਭਾਵੇਂ जाए, ਦੇਸ਼ ਦਾ ਮਹਾਰਾਜਾ चाहे ਆਏ, मोदी आ जाए, ਭਾਵੇਂ ਮੋਦੀ ਆਵੇ, चाहे कोई भी आ जाए, ਭਾਵੇਂ ਕੋਈ ਵੀ ਆਵੇ, परमेश्वर ने बंद किया ਪ੍ਰਭੂ हुआ ਨੇ ਜਿਹੜਾ ਰਾਹ ਬੰਦ ਕਰਤਾ रास्ता ਰਸਤਾ कोई खोल नहीं सकता। ਉਹਨੂੰ ਕੋਈ ਨਹੀਂ ਖੋਲ ਸਕਦਾ। अब कोरोना इन्फेक्शन देश में फैल रही ਹੁਣ है। ਕੋਰੋਨਾ ਵਾਇਰਸ ਇਸ ਦੇਸ਼ ਦੇ ਵਿੱਚ ਫੈਲਿਆ 4000 से ज्यादा लोग रोज हमारे इंडिया में मर रहे ਤੇ हैं। 4000 ਤੋਂ ਵੱਧ ਲੋਕ ਇੰਡੀਆ ਭਾਰਤ 'ਚ ਮਰ ਰਹੇ ਨੇ। क्या मोदी बंद कर सकते ਕੀ हैं? ਮੋਦੀ ਰੋਕ ਸਕਦਾ? बताइए आप, बंद कर सकते हैं? ਕੀ ਰੋਕ ਸਕਦਾ? क्या अमित शाह बंद कर सकते ਕੀ हैं? ਅਮਿਤ ਸ਼ਾਹ ਬੰਦ ਕਰ ਸਕਦਾ ਹੈ या बीजेपी बंद कर सकते ਜਾਂ हैं? ਬੀਜੇਪੀ ਬੰਦ ਕਰ ਸਕਦੇ ਨੇ? क्या राहुल गांधी बंद कर सकते ਕਿ हैं? ਰਾਹੁਲ ਗਾਂਧੀ ਉਸ ਨੂੰ ਠਹਿਰਾ ਸਕਦਾ ਹੈ? सोनिया गांधी बंद कर सकते ਸੋਨੀਆ हैं? ਗਾਂधी ਬੰਦ ਕਰ ਸਕਦੇ ਹੈ? कैप्टन साहब बंद कर सकते हैं? ਕੈਪਟਨ ਸਾਹਿਬ ਬੰਦ ਕਰ ਸਕਦੇ क्या ਹੈ? बादल साहब बंद कर सकते ਬਾਦਲ हैं? ਸਾਹਿਬ ਬੰਦ ਕਰ ਸਕਦੇ? नो, ਨਹੀਂ। परमेश्वर ने बंद किया हुआ रास्ता कोई नहीं खोल सकता है। ਤੇ ਜਿਹੜਾ ਪ੍ਰਭੂ ਨੇ ਰਾਹ ਬੰਦ ਕਰਤਾ ਉਹਨੂੰ ਕੋਈ ਖੋਲ ਨਹੀਂ ਸਕਦਾ। कोई कोरोना को बंद नहीं कर सकता ਕੋਈ है। ਕਰੋਨਾ ਨੂੰ ਬੰਦ ਨਹੀਂ ਕਰ ਪਾ ਰਿਹਾ फैलते फैलते जा रहे हैं, ਸਭ ਵੱਧਦਾ ਵੱਧਦਾ ਜਾ लोग ਰਿਹਾ ਹੈ। मरते जा रहे ਲੋਕ हैं। ਮਰਦੇ ਜਾ ਰਹੇ ਨੇ। केवल परमेश्वर बंद कर ਸਿਰਫ सकते ਪ੍ਰਭੂ हैं। ਬੰਦ ਕਰ ਸਕਦਾ ਹੈ। केवल परमेश्वर ही बंद कर ਸਿਰਫ सकते ਪ੍ਰਭੂ हैं। ਹੀ ਬੰਦ ਕਰ ਸਕਦਾ कोरोना ਹੈ। को ढांटने वाला केवल परमेश्वर है, ਕਰੋਨਾ ਨੂੰ ਭਜਾਉਣ ਵਾਲਾ ਝਿੜਕਣ ਵਾਲਾ ਸਿਰਫ लेकिन ਪ੍ਰਭੂ वो ਹੈ। यीशु आपके अंदर है। ਪਰ ਉਹ ਯੀਸ਼ੂ ਤੁਹਾਡੇ ਅੰਦਰ जब ਹੈ। यीशु आपके अंदर ਜਦੋਂ है, ਯੀਸ਼ੂ ਤੁਹਾਡੇ ਅੰਦਰ वो ਹੈ यीशु आपको अधिकार दी ਤਾਂ ਉਹ है। ਯੀਸ਼ੂ ਨੇ ਤੁਹਾਨੂੰ ਹੱਕ ਦਿੱਤਾ ਹੈ। आपके मुंह में पावर है। ਤੁਹਾਡੇ ਮੂੰਹ ਦੇ ਵਿੱਚ ਸਮਰੱਥਾ यदि ਹੈ। आप प्रभु में ਜੇ रहेंगे, ਤੁਸੀਂ ਪ੍ਰਭੂ 'ਚ प्रभु ਰਹੋਗੇ, की अभिषेक में ਪ੍ਰਭੂ रहेंगे, ਦੀ ਮਸਾ 'ਚ प्रभु ਰਹੋਗੇ, की सामर्थ में ਪ੍ਰਭੂ ਦੀ रहेंगे, ਸਮਰੱਥਾ 'ਚ ਰਹੋਗੇ, आपके मुंह में पावर ਤੁਹਾਡੇ है, ਮੂੰਹ 'ਚ ਸ਼ਕਤੀ ਹੈ, आपके मुंह में शक्ति है। ਤੁਹਾਡੇ ਮੂੰਹ 'ਚ ਸਮਰੱਥਾ ਹੈ। पता नहीं हम कितने कोरोना वालों को सिर पे हाथ रखते ਪਤਾ हैं। ਨਹੀਂ ਕਿੰਨੇ ਕਰੋਨਾ ਵਾਲਿਆਂ ਦੇ ਸਿਰ ਤੇ ਹੱਥ ਰੱਖਦੇ ਆ। लोग मास्क रखकर हाथ में सैनिटाइजर लगा के दूर से जाते हैं। ਅਤੇ ਲੋਕ ਮੂੰਹ ਦੇ ਉੱਤੇ ਮਾਸਕ ਲਾਉਂਦੇ ਨੇ ਅਤੇ ਹੱਥਾਂ ਦੇ ਉੱਤੇ ਸੈਨੀਟਾਈਜ਼ਰ ਲਾਉਂਦੇ ਨੇ ਅਤੇ ਬੜੇ ਦੂਰ ਹੋ ਕੇ ਦੂਰੀ ਬਣਾ ਕੇ ਅਤੇ ਲੰਘਦੇ ਨੇ। आप प्रभु के लोग इकट्ठे बैठे हो तो कुछ नहीं ਤੇ होता ਜੇ है। ਤੁਸੀਂ ਪ੍ਰਭੂ ਦੇ ਲੋਕ ਇਕੱਠੇ ਵੀ ਬਹਿ ਜਾਓਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। लेकिन इसलिए हम डिस्टेंस कीप कर रहे हैं। कोई आएगा तो हमें चलो कम से कम बता तो सकते हैं भाई ये दूर दूर बैठे हैं। ਅਤੇ ਜੇਕਰ ਇਸ ਕਰਕੇ ਅਸੀਂ ਥੋੜਾ ਦੂਰੀ ਦੇ ਵਿੱਚ ਬਿਠਾਇਆ ਤਾਂ ਕਿ ਜੇਕਰ ਕੋਈ ਆ ਵੀ ਜਾਂਦਾ ਤਾਂ ਆਪਾਂ ਕਹਿ ਤਾਂ ਸਕਦੇ ਬਈ ਥੋੜੀ ਦੂਰੀ ਬਣਾਈ ਹੋਈ लेकिन ਹੈ। आपके मुंह में पावर है। ਪਰ ਤੁਹਾਡੇ ਮੂੰਹ ਦੇ ਵਿੱਚ ਸਮਰੱਥਾ ਹੈ। और मेरी पत्नी कितने कोरोना वालों को घर पे गए, ਪ੍ਰਭੂ ਦੀ ਦਾਸੀ ਕਿੰਨੇ ਘਰਾਂ ਦੇ ਵਿੱਚ ਗਏ ਜਿਨ੍ਹਾਂ ਨੂੰ कितने ਕਰੋਨਾ कोरोना ਵਾਇਰस ਸੀ। वाले ने इनको चाय बना के दी है। ਕਿੰਨੇ ਕਰੋਨਾ ਵਾਲਿਆਂ ਨੇ ਕੌਫੀ ਪਿਆਈ ਹੈ। कुछ पिछले महीने में एक कोरोना वाले भाई, उसको कहते कोरोना है, दूसरा दिन हमारे घर पे आ गए। ਅਤੇ ਇੱਕ ਭਰਾ ਦੇ ਬਾਰੇ ਐਦਾਂ ਹੋਇਆ ਕਿ ਪਿਛਲੇ ਮਹੀਨੇ ਦੇ ਵਿੱਚ ਕਿ ਉਹਨੂੰ ਕਹਿੰਦੇ ਵੀ ਕਰੋਨਾ ਪੋਜ਼ਿਟਿਵ ਹੈ ਤੇ ਉਸ ਤੋਂ ਬਾਅਦ ਸਾਡੇ ਘਰ ਦੇ हम ਵਿੱਚ अपने ਦੂਜੇ घर ਦਿਨ से ਆਇਆ। तो भगा तो नहीं सकते ਹੁਣ हैं। ਘਰੋਂ ਤਾਂ ਭਜਾਉਣੋਂ ਰਹੇ। आपके लिए तो स्वागत है, लेकिन कोरोना वाले किसी को घर जाना ठीक नहीं है। ਅਤੇ ਤੁਹਾਡੇ ਵਾਸਤੇ ਤਾਂ ਸਵਾਗਤ ਹੈ ਪਰ ਕਰੋਨਾ ਵਾਲੇ ਨੂੰ ਕਿਸੇ ਦੇ ਘਰ ਦੇ ਜਾਣ ਵਿੱਚ ਜਾਣਾ एक ਇਸ भाई ਤਰ੍ਹਾਂ ਹੀ ਹੈ। कोरोना होकर दूसरा दिन हमारे घर पे आ ਅਤੇ ਇੱਕ ਭਰਾ ਨੂੰ ਕਰੋਨਾ ਵਾਇਰਸ ਹੋਇਆ ਤੇ ਦੂਜੇ ਦਿਨ ਹੀ ਸਾਡੇ ਘਰ ਦੇ ਵਿੱਚ ਆਇਆ। गया। वो सोफा में बैठ गया ਸੋਫੇ है। 'ਚ ਬਹਿ ਗਿਆ। हमने चाय बना के दिया। ਅਸੀਂ ਕੋਈ ਚਾਹ ਬਣਾ ਕੇ ਦਿੱਤੀ। अभी 10-15 मिनट नहीं है, घंटे 2 घंटे बैठ के बात करके गए। ਇਹ ਵੀ ਨਹੀਂ ਕੋਈ 10-15 ਮਿੰਟ ਬੈਠਾ 2-1.5 घंटे वो बैठा कोरोना रहा। देखो कितने सारे घर में फैल गया होगा। ਤੇ ਸੋਚੋ ਕਿ ਕਰੋਨਾ ਸਾਰੇ ਘਰ 'ਚ जब ਫੈਲਿਆ बात ਹੋਊਗਾ। करते उसका मुंह से जो निकलते कितनी उसका जेम्स निकला होगा। ਅਤੇ ਜਦੋਂ ਗੱਲ ਕਰ ਰਿਹਾ ਸੀ ਤਾਂ ਉਹਦੇ ਮੂੰਹ ਦੇ ਵਿੱਚੋਂ ਕਿੰਨੇ ਕੀਟਾਣੂ ਜਿਹੜੇ ਕਰੋਨਾ ਦੇ ਸੀ ਨਿਕਲੇ ਹੋਣੇ ਆ। लेकिन हम यीशु मसीह के नाम से इस कोरोना को जेम को ढांटते रहे ਅਤੇ हैं। ਇਸ ਯीशु ਮਸੀਹ ਦੇ ਨਾਮ 'ਚ ਉਸ ਕੀਟਾਣੂਆਂ ਨੂੰ ਅਸੀਂ ਝਿੜਕਦੇ ਰਹੇ। पवित्र आत्मा की आग से सब भस्म हो गया ਪਾਕਰੂ ਦੀ ਅੱਗ ਦੇ ਨਾਲ ਸਾਰਾ ਮੱਚ ਗਿਆ। है।
खुदा की लोगों को चल कोरोना आ भी गया तो जल्दी ठीक हो ਤੇ जाएंगे, ਪ੍ਰਭੂ ਦੇ ਲੋਕਾਂ ਨੂੰ ਜੇ ਆ ਵੀ ਜਾਂਦੀ ਹੈ ਬਿਮਾਰੀ ਤਾਂ ਉਹ ਖਤਮ ਹੋ ਜਾਊਗੀ। संसार के लोग जल्दी मर जाते हैं। ਦੁਨੀਆਦਾਰੀ ਦੇ ਲੋਕ ਮਰ ਜਾਂਦੇ ਆ। परमेश्वर ने आपके लिए योजना कर ਪ੍ਰਭੂ ਨੇ रखा ਤੁਹਾਡੀ है, ਖਾਤਰ ਵਿਅੰਤਾ ਬਣਾਈਆਂ ਨੇ। परमेश्वर ने आपके लिए मौत का समय रखा ਪ੍ਰਭੂ हुआ ਨੇ है, ਤੁਹਾਡੀ ਖਾਤਰ ਮੌਤ ਦਾ ਵੀ उस ਸਮੇਂ ਰੱਖਿਆ समय ਹੈ। की पगले आप कभी नहीं ਉਹ जाएंगे। ਵੇਲੇ ਤੋਂ ਪਹਿਲਾਂ ਨਹੀਂ ਜਾਂਦੇ। प्रभु आपको चंगा करने ਪ੍ਰਭੂ वाले ਤੁਹਾਨੂੰ हैं, ਸ਼ਿਫਾ ਦੇਣ ਵਾਲਾ प्रभु ਹੈ। आपको सुरक्षित रखने ਪ੍ਰਭੂ वाले ਤੁਹਾਨੂੰ हैं, ਸੁਰੱਖਿਅਤ ਰੱਖਣ ਵਾਲਾ प्रभु ਹੈ। आपके लिए रास्ता खोल रखा ਪ੍ਰਭੂ है। ਤੁਹਾਡੇ ਵਾਸਤੇ ਰਾਹ ਖੋਲ ਕੇ ਰੱਖਦਾ ਹੈ। परमेश्वर ने खुला हुआ रास्ता ਪ੍ਰਭੂ ਨੇ ਖੋਲਿਆ ਹੋਇਆ ਰਾਹ कोई बंद नहीं कर सकता ਕੋਈ है। ਬੰਦ ਨਹੀਂ ਕਰ ਸਕਦਾ। परमेश्वर ने बंद किया हुआ रास्ता कोई खोल भी नहीं ਤੇ ਪ੍ਰਭੂ सकता। ਦੇ ਵੱਲੋਂ ਬੰਦ ਕੀਤਾ ਰਾਹ ਕੋਈ ਖੋਲ ਨਹੀਂ ਸਕਦਾ। यशायाह नबी की 45 अध्याय में हम देखते हैं प्रभु के दास खुसरू की ऊपर परमेश्वर की दहने हाथ आए, उसका खुला हुआ रास्ता कभी बंद ना हो, रास्ता खुले रहे। ਅਤੇ ਯਸ਼ਾਇਆ ਦੀ ਪੋਥੀ ਉਹਦਾ 45 ਅਧਿਆਇ ਦੇ ਵਿੱਚ ਆਪਾਂ ਪੜ੍ਹਦੇ ਆ ਪਰਮੇਸ਼ਰ ਦਾ ਅਭਿਸ਼ੇਕਤ ਕੁਸਤਰੂ ਦੇ ਬਾਰੇ ਲਿਖਿਆ ਹੈ ਕਿ ਉਹਦੇ ਉੱਤੇ ਪਰਮੇਸ਼ਰ ਨੇ ਉਹਦੇ ਹੱਥ ਨੂੰ ਫੜ ਲਿਆ ਤੇ ਉਹਦੇ ਸਾਹਮਣੇ ਦੇ ਰਾਹ ਨੂੰ ਕੋਈ ਬੰਦ ਨਹੀਂ ਕਰ ਸਕਦਾ। और लोहे की फाटकें खुल जाए, ਅਤੇ ਲੋਹੇ ਦੇ ਕਿਵਾੜ ਖੁੱਲ ਜਾਣ, पित्तल के किवाड़े खुल जाए, ਪਿੱਤਲ ਦੇ ਕਿਵਾੜ ਵੀ ਖੁੱਲ ਜਾਣ। अंधकार में छुपा हुआ जो धन संपत्ति, गुप्त स्थान पर गाड़ा हुआ धन तुम्हें मिल ਅਤੇ जाएंगे। ਹਨੇਰੇ ਅਤੇ ਗੁਪਤ ਥਾਵਾਂ ਦੇ ਵਿੱਚ ਦੱਬਿਆ ਹੋਇਆ ਧਨ ਮਾਲ ਤੈਨੂੰ ਮਿਲ ਜਾਊਗਾ।